ਵੈਲਕਮ ਬੈਕ। ਮੈਂ ਮਨਵੀਰ ਕੌਰ। ਪੰਜਾਬੀ ਮਾਂ ਬੋਲੀ ਸਾਡੀ ਵਿਰਾਸਤ ਹੈ, ਸਾਡੀ ਪਹਿਚਾਣ ਹੈ। ਪਰ ਜਦੋਂ ਆਪਾਂ ਦੇਖਦੇ ਹਾਂ ਕਿ ਪੰਜਾਬੀਆਂ ਨੇ ਕਿੰਨੀ ਤਰੱਕੀ ਕਰ ਲਈ ਹੈ, ਤਾਂ ਉਸ ਕੰਪੈਰੀਜ਼ਨ ਦੇ ਵਿੱਚ ਉਨੀ ਤਰੱਕੀ ਪੰਜਾਬੀ ਮਾਂ ਬੋਲੀ ਨੇ ਨਹੀਂ ਕੀਤੀ। ਪੰਜਾਬੀ ਭਾਸ਼ਾ ਦੀ ਤਰੱਕੀ ਉਨੀ ਤੇਜ਼ੀ ਦੇ ਨਾਲ ਨਹੀਂ ਹੋਈ ਜਿਵੇਂ ਆਪਾਂ ਪੰਜਾਬੀ ਗਰੋ ਕੀਤੇ ਆ। ਸਕੂਲਾਂ ਦੇ ਵਿੱਚ ਵੀ ਆਪਾਂ ਦੇਖੀਏ, ਕਾਲਜਾਂ ਦੇ ਵਿੱਚ ਵੀ, ਤਾਂ ਬੁਨਿਆਦੀ ਸਿੱਖਿਆ ਦੇ ਵਿੱਚ ਸਿਰਫ ਔਰ ਸਿਰਫ ਜਿਹੜੀ ਪੰਜਾਬੀ ਮਾਂ ਬੋਲੀ ਹੈ ਇੱਕ ਸਬਜੈਕਟ ਬਣ ਕੇ ਇੱਕ ਲਿਮਿਟ ਹੋ ਚੁੱਕੀ ਹੈ ਆਪਣੀ ਸਿੱਖਿਆ ਪ੍ਰਣਾਲੀ ਦੇ ਵਿੱਚ। ਘਰਾਂ ਦੇ ਵਿੱਚੋਂ ਵੀ ਬੇਕਾਰ ਹੁੰਦੀ ਨਜ਼ਰ ਆਉਂਦੀ ਹੈ ਕਈ ਪਰਿਵਾਰਾਂ ਦੇ ਵਿੱਚ, ਕਈ ਜੀਆਂ ਦੇ ਵਿੱਚ, ਕਿਉਂਕਿ ਬੱਚਿਆਂ ਦੇ ਸਵੈਗ ਦਾ ਹਿੱਸਾ ਨਹੀਂ ਲੱਗਦੀ ਪੰਜਾਬੀ ਮਾਂ ਬੋਲੀ। ਇੰਗਲਿਸ਼ ਐਂਡ ਅਦਰ ਲੈਂਗੁਏਜਸ ਉਹਨਾਂ ਨੂੰ ਸਟਾਈਲ ਐਂਡ ਸਵੈਗ, ਆਪਣੇ ਯਾਰਾਂ ਦੋਸਤਾਂ ਦੇ ਵਿੱਚ ਇੱਕ ਵਧੀਆ ਫਲੈਮਬੋਇੰਸ ਦਾ ਜ਼ਰੀਆ ਬਣਦੇ ਨੇ। ਇਸੇ ਕਰਕੇ ਹੀ ਮੇਰੇ ਨਾਲ ਇੱਕ ਅੱਜ ਪੈਨਲ ਜੁੜਿਆ ਜਿਹੜੇ ਬਹੁਤ ਸੁਹਿਰਦਤਾ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਆਪਣਾ ਯੋਗਦਾਨ ਪਾ ਰਹੇ ਨੇ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਪੈਨਲ ਦੇ ਨਾਲ ਇੰਟਰੋਡਿਊਸ ਕਰਵਾਉਣੀ ਹੈ। ਮੇਰੇ ਨਾਲ ਦੋ ਮੈਂਬਰ ਨੇ। ਨੰਬਰ 1 ਇਜ਼ ਅਭਿਜੀਤ ਸਿੰਘ ਧਾਲੀਵਾਲ ਐਂਡ ਦੂਸਰੇ ਨੇ ਦੀਪ ਸੰਧੂ। ਦੀਪ ਸੰਧੂ ਆਸਟ੍ਰੇਲੀਆ ਤੋਂ ਨੇ ਐਂਡ ਅਭਿਜੀਤ ਸਿੰਘ ਧਾਲੀਵਾਲ ਆਪਣੇ ਲੋਕਲ ਪੰਜਾਬ ਤੋਂ ਨੇ, ਚੰਡੀਗੜ੍ਹ ਤੋਂ ਨੇ। ਸੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰਾ ਤੁਹਾਨੂੰ ਸਵਾਲ ਹੀ ਇਹ ਹੈ, ਕਿਉਂਕਿ ਤੁਸੀਂ ਬਹੁਤ ਸਾਲਾਂ ਤੋਂ, ਦੀਪ ਸੰਧੂ ਨੇ ਤਾਂ ਬਹੁਤ ਸਾਲ ਦੱਸ ਰਹੇ ਨੇ ਔਰ ਅਭਿਜੀਤ ਜੀ ਵੀ, ਕਿ ਪੰਜਾਬੀ ਲਈ ਕੰਮ ਕਰ ਰਹੇ ਹੋ ਔਰ ਪੰਜਾਬੀ ਆਪਣੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਸਿਰਫ ਇੱਕ ਸਬਜੈਕਟ ਤੱਕ ਰਹਿ ਚੁੱਕੀ ਹੈ। ਹੋਰ ਭਾਸ਼ਾਵਾਂ ਜੋ ਮਾੜੀਆਂ ਨਹੀਂ ਨੇ, ਪਰ ਉਹਨਾਂ ਨੇ ਟੇਕ ਓਵਰ ਕਰ ਲਿਆ ਸਾਡੇ ਲਾਈਫ ਸਟਾਈਲ ਦੇ ਵਿੱਚ ਭਾਸ਼ਾ ਨੂੰ। ਸੋ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਇਹ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ ਢਾਂਚਾਗਤ ਸਮੱਸਿਆ ਹੈ ਕਿ ਸਾਡੀ ਇੱਕ ਸਮਾਜਿਕ ਤਬਦੀਲੀ ਹੈ? ਅਭਿਜੀਤ ਜੀ, ਮੈਂ ਚਾਹੁੰਦੀ ਪਹਿਲਾ ਸਵਾਲ ਤੁਸੀਂ ਸਟਾਰਟ ਕਰੋ ਇੱਥੋਂ। ਹਾਂਜੀ, ਸਤਿ ਸ਼੍ਰੀ ਅਕਾਲ ਮਨਵੀਰ ਜੀ। ਸੋ ਸਾਨੂੰ ਇਹ ਲੱਗਦਾ ਵੀ ਇਹ ਜਿਹੜੀ ਇੱਕ ਢਾਂਚਾਗਤ ਸਮੱਸਿਆ ਹੈਗੀ ਹੈ ਸਿੱਖਿਆ ਪ੍ਰਣਾਲੀ ਦੇ ਵਿੱਚ, ਕਿਉਂਕਿ ਆਪਣੇ ਜਿਹੜੇ ਪੰਜਾਬੀ ਪੜ੍ਹਨ ਵਾਲੇ ਬੋਲਣ ਵਾਲੇ ਬੱਚੇ ਹੈਗੇ ਆ, ਉਹ ਕਈ ਤਾਂ ਸ਼ਹਿਰੀ ਸਕੂਲਾਂ ਤੋਂ ਆਉਂਦੇ ਜਿੱਥੇ ਉਹਨਾਂ ਨੂੰ ਅੰਗਰੇਜ਼ੀ ਦਾ ਇੱਕ ਬਲੈਂਡ ਮਿਲ ਜਾਂਦਾ ਹੈ ਤੇ ਉੱਥੋਂ ਉਹ ਆਪਦੇ ਜੀਵਨੀ ਇੱਕ ਆਲਟਰਨੇਟਿਵ ਮਿਲ ਜਾਂਦਾ ਹੈ। ਪਰ ਜਿਹੜੇ ਪਿੰਡਾਂ ਦੇ ਬੱਚੇ ਹੈਗੇ ਆ, ਨਾ ਤਾਂ ਉਹਨਾਂ ਨੂੰ ਪੂਰੀ ਸਿੱਖਿਆ ਆਪਾਂ ਪੰਜਾਬੀ 'ਚ ਦੇ ਪਾਉਣੇ ਆ ਤੇ ਨਾ ਹੀ ਉਹਨਾਂ ਨੂੰ ਅੱਗੇ ਵਧਣ ਦੇ ਕੋਈ ਸਹੀ ਤਰੀਕੇ ਦੱਸ ਸਕਦੇ ਆ, ਜਿਹਦੇ ਕਰਕੇ ਉਹ ਪਿੱਛੇ ਰਹਿ ਜਾਂਦੇ। ਸੋ ਮੈਨੂੰ ਲੱਗਦਾ ਹੈ ਕਿ ਇਸੇ ਕਰਕੇ ਹੀ ਪੰਜਾਬੀ ਮਾਂ ਬੋਲੀ ਜਿਹੜੀ ਹੈਗੀ ਉਹ ਪਿੱਛੇ ਰਹਿ ਰਹੀ ਹੈ, ਕਿਉਂਕਿ ਇੱਕ ਜਿਹੜਾ ਢਾਂਚੇ ਦਾ ਹੁੰਦਾ ਹੈਗਾ ਭਾਸ਼ਾ ਨੂੰ ਸਪੋਰਟ ਕਰਨਾ, ਉਹ ਢਾਂਚਾ ਜਿਹੜਾ ਆਪਣਾ ਹੈਗਾ ਉਹ ਸਹੀ ਤਰੀਕੇ ਨਾਲ ਸਪੋਰਟ ਦੇ ਨਹੀਂ ਰਿਹਾ ਹੈਗਾ ਬੋਲੀ ਵਾਸਤੇ। ਇਹਦੇ ਬਾਰੇ ਅਸੀਂ ਕਾਫੀ ਸਾਰੇ ਇਨੀਸ਼ੀਏਟਿਵਸ ਲਏ ਹੈਗੇ ਆ। ਇੱਕ ਅਸੀਂ ਸਰਕਾਰ ਨੂੰ ਅਪਰੋਚ ਕੀਤਾ ਹੈਗਾ ਕਿ ਜਿਹੜੇ ਸਰਕਾਰੀ ਬੱਚਿਆਂ ਨੂੰ ਜਿਹੜੇ ਵਜ਼ੀਫੇ ਮਿਲਦੇ ਹੈਗੇ ਆ, ਉਹਦੀ ਜਿਹੜੀ ਜਾਣਕਾਰੀ ਹੈ ਉਹ ਇੱਕ ਪੋਰਟਲ ਤੇ ਸਾਂਝੀ ਕੀਤੀ ਜਾਵੇ, ਤਾਂ ਕਿ ਬੱਚੇ ਉਸ ਜਾਣਕਾਰੀ ਨੂੰ ਲੈ ਕੇ ਮੋਟੀਵੇਟ ਹੋ ਸਕਣ ਤੇ ਹੋਰ ਪੜ੍ਹ ਸਕਣ, ਆਪਦੇ ਸਿੱਖਿਆ ਲੈ ਕੇ ਅੱਗੇ ਵੱਧ ਸਕਣ। ਨਾਲ ਹੀ ਜਿਹੜੇ ਕਈ ਵਿਸ਼ਾ ਹੈਗੇ ਆ ਜਿਹੜੇ ਕਿ ਆਪਾਂ ਨੂੰ ਪੰਜਾਬੀ ਵਿੱਚ ਨਹੀਂ ਮਿਲਦੇ ਹੈਗੇ, ਕੰਟੈਂਟ ਨਹੀਂ ਮਿਲਦਾ ਹੈਗਾ, ਉਹ ਕੰਟੈਂਟ ਪ੍ਰੋਵਾਈਡ ਕਰਵਾਇਆ ਜਾਵੇ ਸਰਕਾਰ ਦੁਆਰਾ, ਤਾਂ ਕਿ ਬੱਚੇ ਉਹਨੂੰ ਪੜ੍ਹ ਕੇ ਸਿੱਖ ਸਕਣ। ਸੋ ਇੱਕ ਢਾਂਚੇ ਦੀ ਜੋ ਜ਼ਿੰਮੇਵਾਰੀ ਹੈਗੀ ਹੈ ਭਾਸ਼ਾ ਦੇ ਪ੍ਰਤੀ, ਉਹ ਢਾਂਚਾ ਹਜੇ ਸਹੀ ਤਰੀਕੇ ਨਾਲ ਨਿਭਾ ਨਹੀਂ ਰਿਹਾ ਹੈਗਾ। ਉਹ ਚਾਹੇ ਆਪਾਂ ਆਪਣੀ ਸੁਸਾਇਟੀ ਦੇ ਐਲੀਟਸ ਲੈ ਲਈਏ ਜਾਂ ਰੂਲਿੰਗ ਕਲਾਸ ਲੈ ਲਈਏ ਜਾਂ ਐਡਮਿਨਿਸਟ੍ਰੇਟਿਵ ਬੰਦੇ ਲੈ ਲਈਏ। ਹਾਂ, ਮੈਂ ਤੁਹਾਡੇ ਕੋਲ ਇਸੇ ਚੀਜ਼ ਤੇ ਵਾਪਿਸ ਆਵਾਂਗੀ ਕਿ ਆਪਣੇ ਸਮਾਜ ਦੇ ਵਿੱਚ ਆਪਣੇ ਇੰਸਟੀਟਿਊਸ਼ਨਸ ਅਦਰ ਦੈਨ ਐਜੂਕੇਸ਼ਨਲ ਇੰਸਟੀਟਿਊਸ਼ਨਸ, ਉੱਥੇ ਵੀ ਪੰਜਾਬੀ ਦੇ ਵਿੱਚ ਕੋਈ ਆਪਾਂ ਨੂੰ ਸਰਕੂਲਰ ਨੋਟੀਫਿਕੇਸ਼ਨਸ ਨਜ਼ਰ ਨਹੀਂ ਆਉਂਦੀਆਂ। ਦੀਪ, ਮੈਂ ਤੁਹਾਡੇ ਵੱਲ ਆਵਾਂਗੀ ਇਹ ਸਵਾਲ ਲੈ ਕੇ ਕਿ ਆਪਣੀ ਜਿਹੜੇ ਪੰਜਾਬ ਦੇ ਵਿੱਚ ਵੀ ਔਰ ਜਿੱਥੇ ਵੀ ਆਪਣੇ ਪੰਜਾਬੀ ਫੈਲੇ ਹੋਏ ਨੇ, ਆਪਣੀ ਪੰਜਾਬੀ ਸਿਰਫ ਇੱਕ ਸਬਜੈਕਟ ਰਹਿ ਚੁੱਕਾ ਹੈ। ਕਿ ਇਹਦੇ ਨਾਲ ਆਪਣੀ ਸਮਾਜਿਕ ਤਬਦੀਲੀ ਦਾ ਵੀ ਕੋਈ ਲੈਣ ਦੇਣ ਹੈ? ਕਿਉਂਕਿ ਗਲੋਬਲਾਈਜੇਸ਼ਨ ਹੈ, ਆਪਾਂ ਫੈਲ ਚੁੱਕੇ ਹਾਂ ਦੁਨੀਆ ਭਰ ਦੇ ਵਿੱਚ ਔਰ ਈਜ਼ੀਲੀ ਆਪਣੇ ਹੱਥਾਂ 'ਚ ਮੋਬਾਈਲ ਫੋਨ ਤੇ ਸਾਰੀ ਇਨਫੋਰਮੇਸ਼ਨ, ਸਾਰੀਆਂ ਭਾਸ਼ਾਵਾਂ YouTube ਤੇ ਵੀਡੀਓਜ਼ ਬੱਚਿਆਂ ਦੇ ਕੋਲ ਮੌਜੂਦ ਨੇ। ਸੋ ਪੰਜਾਬੀ ਤੋਂ ਮੋਹ ਘਟਦਾ। ਬਿਲਕੁਲ, ਕਿ ਕਿਤੇ ਨਾ ਖਾਸ ਕਰਕੇ ਇੰਡੀਆ ਦੇ ਵਿੱਚ ਪੰਜਾਬੀ ਨੂੰ ਇੱਕ ਨਾ ਆਪਾਂ ਸਬਜੈਕਟ ਬਣਾ ਕੇ ਛੱਡ ਦਿੱਤਾ ਹੈ, ਉੱਥੇ ਤੱਕ ਹੀ ਸੀਮਤ ਹੋ ਗਿਆ। ਤੇ ਜੇ ਤੁਸੀਂ ਹੁਣ ਦੇਖੋ ਕਿ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਕਾਲਜਾਂ ਦੇ ਵਿੱਚ ਜਿਹੜੀ ਤੁਹਾਡੀ ਉਚੇਰੀ ਸਿੱਖਿਆ ਆ, ਉਹ ਤੁਹਾਨੂੰ ਪੰਜਾਬੀ ਦੇ ਵਿੱਚ ਨਹੀਂ ਮਿਲਦੀ ਹੈਗੀ। ਤੁਸੀਂ ਹੁਣ ਕਿਸੇ ਨੇ BSc ਕਰਨੀ ਆ, ਉਹ ਇੰਗਲਿਸ਼ ਵਿੱਚ ਅਵੇਲੇਬਲ ਆ, ਜਾਂ ਹੋਰ ਕਿਸੇ ਪ੍ਰਾਂਤਾਂ ਦੇ ਵਿੱਚ ਉਹ ਹਿੰਦੀ ਦੇ ਵਿੱਚ ਅਵੇਲੇਬਲ ਆ। ਪਰ ਜੇ ਸਾਡੇ ਪੰਜਾਬ ਦੇ ਵਿੱਚ ਦੇਖੀਏ ਤਾਂ ਉਸ ਬੱਚੇ ਨੂੰ, ਜਿਹੜਾ ਇੱਕ ਬੱਚਾ ਤੁਹਾਡੇ ਗਵਰਨਮੈਂਟ ਸਕੂਲ ਤੋਂ ਪੜ੍ਹ ਕੇ ਗਿਆ ਆ, ਉਹਨੂੰ 10ਵੀਂ ਜਾਂ 12ਵੀਂ ਤੋਂ ਬਾਅਦ ਇੱਕਦਮ ਹੀ ਉਹਦਾ ਜਿਹੜਾ ਸਬਜੈਕਟ ਆ ਉਹ ਚੇਂਜ, ਸਬਜੈਕਟ ਲਾਈਨ ਉਹਦੀ ਚੇਂਜ ਹੋ ਜਾਂਦੀ ਹੈ। ਉਹਦਾ ਜਿਹੜਾ ਬਿਲਕੁਲ ਪੰਜਾਬੀ ਤੋਂ ਜਾ ਕੇ ਉਹ ਇੰਗਲਿਸ਼ ਦੇ ਵਿੱਚ ਚਲੇ ਜਾਂਦਾ। ਉਹਦੇ ਨਾਲ ਕਈ ਵਾਰੀ ਉਹ ਬੱਚੇ ਜਿਹੜੇ ਆ ਆਪਣੇ ਆਪ ਨੂੰ ਚੰਗੀ ਤਰ੍ਹਾਂ ਐਕਸਪ੍ਰੈਸ ਨਹੀਂ ਕਰ ਸਕਦੇ।
ਨਾ ਹੀ ਉਹ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਆ। ਹੁਣ ਜਿਹੜੀ ਤੁਸੀਂ ਕਿਸੇ ਚੀਜ਼ ਦੀ ਤੁਹਾਨੂੰ ਪ੍ਰੋਪਰਲੀ ਸਮਝ ਹੀ ਨਹੀਂ ਆ ਰਹੀ ਹੈਗੀ, ਫਿਰ ਉਹਨੂੰ ਲਿਖਣਾ ਜਾਂ ਕਰਨਾ ਜਾਂ ਸਮਝਾਉਣਾ ਬਹੁਤ ਔਖਾ ਹੋ ਜਾਂਦਾ। ਤੇ ਇੱਕ ਚੀਜ਼ ਹੋਰ ਮੈਂ ਦੇਖੀ ਆ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ, ਸਪੈਸ਼ਲੀ ਇੰਡੀਆ ਦੇ ਵਿੱਚ, ਜਦੋਂ ਸਕੂਲਾਂ ਨੂੰ ਆਪਣੇ ਬਹੁਤ ਇੰਗਲਿਸ਼ ਸਕੂਲ ਆ ਗਏ ਆ, ਤੇ ਹਰ ਬੰਦੇ ਦੀ ਇਹ ਹੋੜ ਲੱਗੀ ਆ ਕਿ ਜਿਹੜੇ ਮੇਰੇ ਬੱਚੇ ਨੂੰ ਵਧੀਆ ਇੰਗਲਿਸ਼ ਆਉਣੀ ਚਾਹੀਦੀ ਆ, ਜਾਂ ਜਿਹੜੀ ਤੁਹਾਡੀ ਅੱਗੇ ਜੌਬ ਅਪਰਚੁਨਿਟੀਜ਼ ਆ ਉਹ ਵੀ ਤੁਹਾਨੂੰ ਇਹੀ ਕਹਿੰਦੇ ਕਿ ਇੰਗਲਿਸ਼ ਸਪੀਕਿੰਗ ਜਿਹੜੇ ਆ ਸਾਨੂੰ ਚਾਹੀਦੇ ਆ। ਕਿਉਂਕਿ ਗਲੋਬਲਾਈਜੇਸ਼ਨ ਦੀ ਆਪਾਂ ਗੱਲ ਕੀਤੀ ਆ, ਪਰ ਕਿਤੇ ਕਿਤੇ ਹੁਣ ਦੇਖੀਏ ਨਾ, ਹੁਣ ਬਹੁਤ ਸਾਰੀਆਂ ਕੰਪਨੀਆਂ ਤੁਹਾਨੂੰ ਬਾਹਰ ਵੀ ਮਿਲਣਗੀਆਂ ਕਿਉਂਕਿ ਪੰਜਾਬੀ ਦੀ ਟਰਾਂਸਲੇਸ਼ਨ ਹੋਣੀ ਸ਼ੁਰੂ ਹੋ ਗਈ ਆ, ਪੰਜਾਬੀ ਦਾ ਕੰਟੈਂਟ ਮਿਲਣਾ ਸ਼ੁਰੂ ਹੋ ਗਿਆ ਆ, ਜਾਂ ਲੋਕੀ ਜਿਹੜਾ ਕੰਟੈਂਟ ਲੱਭਣਾ ਚਾਹੁੰਦੇ ਨਹੀਂ ਮਿਲਦੇ ਹੈਗੇ, ਤਾਂ ਲੋਕੀ ਇਹ ਦੇਖਦੇ ਆ। ਇੱਥੇ ਮੈਂ ਇਹ ਚੀਜ਼ ਨੂੰ ਐਕਸਪੀਰੀਅੰਸ ਕੀਤਾ ਕਿ ਜਦੋਂ ਤੁਹਾਨੂੰ ਜ਼ਿਆਦਾ ਇੱਕ ਤੋਂ ਜ਼ਿਆਦਾ ਜਿਹੜੀ ਭਾਸ਼ਾ ਤੁਹਾਨੂੰ ਆਉਂਦੀ ਆ, ਜੋ ਤੁਸੀਂ ਆਪਣੇ CV ਦੇ ਵਿੱਚ ਲਿਖਦੇ ਹੋ, ਆਪਣੇ ਰੈਜ਼ਿਊਮੇ ਦੇ ਵਿੱਚ ਲਿਖਦੇ ਹੋ ਕਿ ਮੈਨੂੰ ਇੰਗਲਿਸ਼ ਵੀ ਆਉਂਦੀ ਹੈ, ਜਾਂ ਮੈਨੂੰ ਹਿੰਦੀ ਵੀ ਆਉਂਦੀ ਹੈ, ਜਾਂ ਮੈਨੂੰ ਪੰਜਾਬੀ ਵੀ ਆਉਂਦੀ ਆ, ਉਹ ਕਿਤੇ ਨਾ ਕਿਤੇ ਤੁਹਾਨੂੰ ਪ੍ਰੈਫਰੈਂਸ ਦਿੰਦੇ ਆ ਕਿ ਇਹ ਜਿਹੜਾ ਬੰਦਾ ਹੈ ਇਹਨੂੰ ਮਲਟੀ ਲੈਂਗੁਏਜਸ ਦੀਆਂ ਜਿਹੜੀਆਂ ਆਉਂਦੀਆਂ ਹੈ, ਜ਼ਿਆਦਾ ਸਕਿੱਲ ਮੰਨਿਆ ਜਾਂਦਾ ਹੈ, ਜ਼ਿਆਦਾ ਇਹਦੀ ਜਿਹੜੀ ਅਪਰੋਚ ਆ ਜਾਂ ਜਿਹੜੀ ਇਹਦੀ ਰੀਚ ਹੋਏਗੀ ਉਹ ਜ਼ਿਆਦਾ ਲੋਕਾਂ ਤੱਕ ਹੋ ਸਕਦੀ ਹੈ। ਸੋ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਹ ਹੋੜ ਹਾਲੇ ਵੀ ਹੈਗੀ ਆ ਕਿ ਅਸੀਂ ਆਪਣੀ ਭਾਸ਼ਾ ਨੂੰ ਛੱਡ ਕੇ ਦੂਜੇ ਪਾਸੇ ਤੁਰੇ ਹੋਏ ਹਾਂ। ਪਰ ਬਾਹਰ ਹੁਣ ਜੇ ਆਸਟ੍ਰੇਲੀਆ ਦੇ ਵਿੱਚ, ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਜਦੋਂ ਲੋਕਾਂ ਨੇ ਬਹੁਤ ਸਾਰੇ, ਜਦੋਂ ਇੱਥੇ ਮਰਦਮਸ਼ੁਮਾਰੀ ਹੋਈ ਸੀ, ਬਹੁਤ ਸਾਰੇ ਲੋਕਾਂ ਦੀ ਜਿਹੜੀ ਆਪਣੀ ਭਾਸ਼ਾ ਆ, ਪਹਿਲਾਂ ਉਹ ਸ਼ਾਇਦ ਹਿੰਦੀ ਲਿਖਾਉਂਦੇ ਸੀ ਜਾਂ ਕੁਛ ਹੋਰ ਲਿਖਾਉਂਦੇ ਸੀ, ਪਰ ਉਹਨਾਂ ਨੇ ਅੱਗੇ ਪੰਜਾਬੀ ਲਿਖਾਈ ਆ। ਤੇ ਉਹਦੇ ਨਾਲ ਫਿਰ ਗਵਰਨਮੈਂਟ ਨੂੰ, ਸਰਕਾਰਾਂ ਨੂੰ ਪਤਾ ਲੱਗਦਾ ਕਿ ਐਕਚੁਅਲ ਲੋਕ ਕਿੰਨੇ ਆ, ਡਿਮਾਂਡ ਕਿੰਨੀ ਆ, ਜੇ ਤੁਸੀਂ ਡਿਮਾਂਡ ਕਰੋਗੇ ਸਪਲਾਈ ਤਾਂ ਹੀ ਹੋਣੀ ਆ। ਜੀ ਉਸ ਚੀਜ਼ ਨੂੰ ਲੈ ਕੇ ਜੀ ਤੁਸੀਂ ਬਹੁਤ ਵਧੀਆ ਗੱਲ ਦੱਸੀ ਕਿ ਤੁਹਾਡੀ ਕੰਟਰੀ ਆਸਟ੍ਰੇਲੀਆ ਦੇ ਵਿੱਚ ਜਾਂ ਅਦਰ ਕੰਟਰੀਜ਼ ਦੇ ਵਿੱਚ ਵੀ ਜੇਕਰ CV ਦੇ ਵਿੱਚ, ਰਿਜ਼ਿਊਮੇ ਦੇ ਵਿੱਚ ਮਲਟੀਪਲ ਲੈਂਗੁਏਜਸ ਆਉਂਦੀਆਂ ਨੇ, ਬਾਈਲਿੰਗੁਅਲ ਹੈ, ਟ੍ਰਾਈਲਿੰਗੁਅਲ ਹੈ, ਤਾਂ ਉਹਨੂੰ ਇੱਕ ਬਹੁਤ ਵਧੀਆ ਗੱਲ ਮੰਨਿਆ ਜਾਂਦਾ ਔਰ ਉਸ ਕੈਂਡੀਡੇਟ ਨੂੰ ਪ੍ਰੈਫਰੈਂਸ ਮਿਲਦੀ ਹੈ। ਅਭਿਜੀਤ, ਇਹ ਆਪਣੇ ਇੰਡੀਆ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਇਹ ਸੱਚਾਈ ਨਹੀਂ ਹੈ। ਆਪਣੇ ਪੰਜਾਬ 'ਚ ਵੀ ਇਹ ਪੱਖ ਹੈਗਾ ਕਿ ਅਗਰ ਆਪ ਕੋਈ ਹਿੰਦੀ ਬੋਲਣ ਵਾਲਾ ਹੈ ਤਾਂ ਉਹਨੂੰ ਵੀ ਥੋੜਾ ਜਿਹਾ, ਤੁਹਾਨੂੰ ਪਤਾ ਹੈ, ਕ੍ਰਿਟੀਸਾਈਜ਼ ਕਰਕੇ ਦੇਖਿਆ ਜਾਂਦਾ, ਉਹਨੂੰ ਕੰਡੈਮ ਜਿਹਾ ਕੀਤਾ ਜਾਂਦਾ ਕਿ ਤੂੰ ਪੰਜਾਬੀ ਕਿਉਂ ਨਹੀਂ ਬੋਲਦਾ, ਪੰਜਾਬੀ ਕਿਉਂ। ਅਗਰ ਆਪਾਂ ਇੰਡੀਆ 'ਚ ਵੀ ਵਾਈਡਰ ਫਿਨੋਮੀਨਾ ਦੇਖੀਏ ਤਾਂ ਆਪਣੇ ਬੱਚਿਆਂ ਨੂੰ ਪ੍ਰੈਫਰੈਂਸ ਨਹੀਂ ਮਿਲਦੀ ਕਿ ਉਹ ਪੰਜਾਬੀ ਪੜ੍ਹੇ ਹੋਏ ਨੇ, ਉਹ ਪੰਜਾਬੀ ਦੇ ਵਿੱਚੋਂ ਆਏ ਨੇ, ਜਾਂ ਹਿੰਦੀ 'ਚੋਂ ਜਾਂ ਮਰਾਠੀ 'ਚੋਂ ਕਿਸੇ ਹੋਰ ਭਾਸ਼ਾ 'ਚੋਂ ਆਏ ਨੇ। ਮੈਂ ਆਖਰੀ ਗੱਲ ਇਹਦੇ 'ਚ ਜੋੜਨਾ ਚਾਹੁੰਦੀ ਹਾਂ ਕਿ ਫਿਰ ਆਪਣੇ ਬੱਚਿਆਂ ਨੂੰ ਆਪਾਂ ਕਹਿੰਦੇ ਹਾਂ ਕਿ ਪੰਜਾਬੀ ਇੱਕ ਸਬਜੈਕਟ ਰਹਿ ਗਿਆ ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੇ ਸਕੂਲਾਂ ਦੇ ਵਿੱਚ। ਫਿਰ ਸਬਜੈਕਟ ਇੱਕ ਬਣ ਕੇ ਕਿਉਂ ਨਾ ਰਹਿ ਜਾਵੇ ਪੰਜਾਬੀ, ਜਦੋਂ ਕੰਮ ਹੀ ਨਹੀਂ ਆਉਣੀ ਅੱਗੇ ਜਾ ਕੇ। ਸੋ ਇਹਦੇ ਵਿੱਚ ਦੇਖੋ, ਇਹਦੇ ਵਿੱਚ ਨਾ ਕਈ ਸਾਰੀਆਂ ਦਿੱਕਤਾਂ ਹੈਗੀਆਂ ਜਿਹੜੇ ਕਿ ਹਿਸਟੋਰੀਕਲ ਲੈਵਲ ਤੇ ਆਪਣੇ ਨਾਲ ਜੁੜੀਆਂ ਹੋਈਆਂ ਹੈਗੀਆਂ। ਸੋ ਜੇਕਰ ਆਪਾਂ ਗੱਲ ਕਰੀਏ ਬੈਂਕਾਂ ਦੀ, ਬੈਂਕਾਂ ਦੇ ਵਿੱਚ RBI ਦੀ ਗਾਈਡਲਾਈਨ ਹੈਗੀ ਹੈ ਕਿ ਜਿਹੜਾ ਡੈਸਕ ਦੇ ਉੱਤੇ ਪਹਿਲਾ ਬੰਦਾ ਬਹਿੰਦਾ ਹੈਗਾ, ਜਿਹਦੇ ਨਾਲ ਇੱਕ ਕਸਟਮਰ ਜਾ ਕੇ ਇੰਟਰੈਕਟ ਕਰਦਾ ਹੈਗਾ, ਉਹਨੇ ਜਿਹੜੀਆਂ ਸੇਵਾਵਾਂ ਦੇਣੀਆਂ ਹੈਗੀਆਂ ਉਹ ਖੇਤਰੀ ਭਾਸ਼ਾ ਵਿੱਚ ਦੇਣੀਆਂ ਹੈਗੀਆਂ। ਉਸ ਤੋਂ ਬਾਅਦ ਬੈਂਕ ਦੇ ਜਿੰਨੇ ਫਾਰਮ ਹੈਗੇ ਆ, ATM ਸਰਵਿਸਿਜ਼ ਹੈਗੀਆਂ, ਹੋਰ ਜਿਹੜੀਆਂ ਸੇਵਾਵਾਂ ਹੈਗੀਆਂ, ਉਹ ਵੀ ਰੀਜਨਲ ਲੈਂਗੁਏਜ ਦੇ ਵਿੱਚ ਹੋਣੀ ਚਾਹੀਦੀ ਹੈ। RBI ਦੇ ਮਾਸਟਰ ਸਰਕੂਲਰ 2016 ਦੇ ਵਿੱਚ ਪੁਆਇੰਟ ਨੰਬਰ 4.3 ਜਾਂ 4.2 ਹੈਗਾ, ਇਹ ਆਪਾਂ ਗੂਗਲ ਤੇ ਜਾ ਕੇ ਉੱਥੇ ਦੇਖ ਸਕਦੇ ਹਾਂ। ਪਰ ਆਪਣੇ ਲੋਕਾਂ ਨੂੰ ਇੱਕ ਗਾਹਕ ਹੋਣ ਦੀ ਜਾਗਰੂਕਤਾ ਹੈ ਨਹੀਂ ਗੀ। ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਉਹ ਇੱਕ ਗਾਹਕ ਹੋਣ ਦੇ ਨਾਤੇ ਕਿਤੇ ਵੀ ਜਾ ਕੇ ਮੰਗ ਕਰ ਸਕਦੇ ਹੈ। ਜੇ ਉੱਥੇ ਉਹ ਸੇਵਾ ਉਹਨਾਂ ਨੂੰ ਨਹੀਂ ਦਿੱਤੀ ਗਈ ਤਾਂ ਉਹ ਕੰਜ਼ਿਊਮਰ ਕੋਰਟ 'ਚ ਜਾ ਕੇ ਕੇਸ ਵੀ ਕਰ ਸਕਦੇ ਹੈ। ਸੋ ਇੱਕ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦੇ ਵਿੱਚ, ਅਸੀਂ ਆਪ ਵੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਹੋਰ ਵੀ ਚਾਹੁੰਦੇ ਹਾਂ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਆਵੇ ਵੀ ਜਦੋਂ ਉਹ ਕਿਸੇ ਸੇਵਾ ਵਾਸਤੇ ਪੈਸੇ ਦੇ ਰਹੇ ਹੈ, ਉਹ ਬੈਂਕ ਜਿੱਥੇ ਉਹ ਪੈਸੇ ਜਮ੍ਹਾਂ ਕਰਾਉਂਦੇ ਆ, ਉਹ ਲੋਕਾਂ ਦੇ ਉਹਨਾਂ ਜਮ੍ਹਾਂ ਕੀਤਿਆਂ ਪੈਸਿਆਂ ਤੋਂ ਆਪਦਾ ਮੁਨਾਫਾ ਕਮਾਉਂਦੇ, ਆਪਦੇ ਬੰਦਿਆਂ ਦੀ ਤਨਖਾਹਾਂ ਦਿੰਦੇ ਆ। ਤਾਂ ਇੱਕ ਗਾਹਕ ਹੋਣ ਦੇ ਵਜੋਂ ਉਹ ਉੱਥੇ ਮੰਗ ਰੱਖ ਸਕਦੇ ਆ ਵੀ ਸਾਨੂੰ ਇਹ ਭਾਸ਼ਾ ਦਿੱਤੀ ਜਾਣੀ ਚਾਹੀਦੀ ਹੈਗੀ। ਸੋ ਜਦੋਂ ਆਪਣੇ ਬੰਦੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ, ਉਹ ਕੀ ਕਰਦੇ ਆ ਵੀ ਚੱਲ ਯਾਰ ਆਪਾਂ ਨੂੰ ਨਹੀਂ ਮਿਲ ਰਹੀ ਸੇਵਾ, ਕੋਈ ਨਹੀਂ, ਆਪਾਂ ਇੱਥੇ ਕਿਸੇ ਹੋਰ ਬੰਦੇ ਤੋਂ ਹੈਲਪ ਲੈ ਲੈਂਦੇ ਹਾਂ। ਉਹ ਨਾਲ ਵਾਲੇ ਬੰਦੇ ਨੂੰ ਕਹਿ ਦਿੰਦੇ ਆ, ਬੇਟੇ ਮੇਰਾ ਤੁਸੀਂ ਆਹ ਭਰ ਦਿਓ, ਚੈੱਕ ਭਰ ਦਿਓ ਜਾਂ ਮੇਰੇ ਪੈਸੇ ਕਢਾ ਦਿਓ। ਸੋ ਉਹਦੇ ਉਸ ਟਾਈਮ ਤੇ ਉਹਨਾਂ ਦਾ ਕੰਮ ਤਾਂ ਹੋ ਜਾਂਦਾ ਹੈ, ਪਰ ਉਹ ਇੱਕ ਚੀਜ਼ ਹੋਰ ਨਹੀਂ ਰਿਅਲਾਈਜ਼ ਕਰਦੇ ਵੀ ਉਹ ਆਪਦੀ ਪ੍ਰਾਈਵੇਸੀ ਜਾਂ ਆਪਦੀ ਜਿਹੜੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਇੱਕ ਬੰਦੇ ਨਾਲ ਸਾਂਝੀ ਕਰ ਰਹੇ ਹੈ, ਜਿਹਦੇ ਕਰਕੇ ਉਹਦੇ ਨਾਲ ਅੱਗੇ ਫਰਾਡ ਵੀ ਹੋ ਸਕਦਾ ਹੈ।
ਸੋ ਪੰਜਾਬੀ ਬਹੁਤ ਸਿੱਧੇ ਹੋਣ ਕਰਕੇ, ਬਹੁਤ ਭੋਲੇ ਹੋਣ ਕਰਕੇ ਪਿੱਛੇ ਰਹਿ ਰਹੇ ਹੈ। ਉਹ ਲਗਨ ਤੇ ਮਿਹਨਤ ਦੀ ਮੇਰੇ ਹਿਸਾਬ ਨਾਲ ਕੋਈ ਕਮੀ ਨਹੀਂ ਹੈ, ਬਸ ਉਹ ਬਣਾਉਣ ਦੀ ਲੋੜ ਹੈਗੀ ਹੈ। ਅਭਿਜੀਤ, ਆਪਣੇ ਕੀ ਜਿਹੜੀਆਂ ਬੈਂਕਸ ਆ ਇਹਨਾਂ ਦੇ ਵਿੱਚ ਕਿਤੇ ਵੀ ਪੰਜਾਬੀ ਭਾਸ਼ਾ ਦੇ ਵਿੱਚ ਗ੍ਰਾਹਕਾਂ ਨੂੰ, ਜਿਹੜੇ ਬੈਂਕ ਜਾਂਦੇ ਆਪਣੇ ਪੰਜਾਬੀ ਲੋਕ ਨੇ, ਉਹਨਾਂ ਨੂੰ ਇਨਫੋਰਮੇਸ਼ਨ ਪੰਜਾਬੀ 'ਚ ਨਹੀਂ ਪ੍ਰੋਵਾਈਡ ਕੀਤੀ ਜਾਂਦੀ? ਇਹਦੇ ਵਿੱਚ ਅਸੀਂ ਗਰਾਊਂਡ ਲੈਵਲ ਤੇ ਰਿਸਰਚ ਕੀਤੀ ਹੈਗੀ ਹੈ ਤੇ ਕਾਫੀ ਬੈਂਕਾਂ ਨੂੰ ਅਸੀਂ ਅਪਰੋਚ ਕੀਤਾ ਹੈਗਾ। ਸੋ ਅਸੀਂ ਬੈਂਕਾਂ ਨੂੰ, ਭਾਸ਼ਾ ਵਿਭਾਗ ਨੂੰ, ਸਰਕਾਰੀ ਮਹਿਕਮਿਆਂ ਨੂੰ ਆਰਟੀਆਈ ਵੀ ਪਾਈਆਂ ਹੈਗੀਆਂ, ਫਾਈਨੈਂਸ ਡਿਪਾਰਟਮੈਂਟ ਨੂੰ ਵੀ ਆਰਟੀਆਈ ਪਾਈਆਂ ਹੈਗੀਆਂ। ਉਹਦੇ ਵਿੱਚ ਬਹੁਤ ਸਾਰੇ ਅੱਡ-ਅੱਡ ਜਵਾਬ ਨਿਕਲ ਕੇ ਆਏ ਹੈ। ਪਹਿਲੀ ਤਾਂ ਜਿਹੜੀ ਮੈਨੂੰ ਬਹੁਤ ਹੀ ਸ਼ਰਮਨਾਕ ਗੱਲ ਲੱਗਦੀ ਹੈ ਉਹ ਇਹ ਹੈ ਵੀ ਮੈਂ ਸੈਕਟਰੀਏਟ ਗਿਆ, ਸੈਕਟਰ 1 ਚੰਡੀਗੜ੍ਹ ਪੰਜਾਬ ਸੈਕਟਰੀਏਟ ਦੇ ਵਿੱਚ, ਉੱਥੇ ਐਸਬੀਆਈ ਦਾ ਏਟੀਐਮ ਹੈਗਾ। ਉਸ ਏਟੀਐਮ ਦੇ ਉੱਤੇ ਜਦੋਂ ਮੈਂ ਪੰਜਾਬੀ ਦੀ ਭਾਸ਼ਾ ਦਾ ਆਪਸ਼ਨ ਨੱਪਿਆ ਤਾਂ ਉਹ ਏਟੀਐਮ ਨੇ ਕੰਮ ਕਰਨਾ ਬੰਦ ਕਰਤਾ। ਉਹ ਪੈਸੇ ਕਢਾਉਣ ਵਾਸਤੇ ਮੈਨੂੰ ਇੰਗਲਿਸ਼ ਭਾਸ਼ਾ ਲੈਣੀ ਪਈ। ਹੁਣ ਜਦੋਂ ਪੰਜਾਬ ਦੇ ਇੰਨੇ ਸਾਰੇ ਨੁਮਾਇੰਦੇ ਉੱਥੇ ਸੈਕਟਰੀਏਟ 'ਚ ਬਹਿੰਦੇ ਆ ਕਿ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਜਿਹੜਾ ਪਹਿਲਾ ਏਟੀਐਮ ਉੱਥੇ ਸੈਕਟਰ 1 ਦੇ ਵਿੱਚ ਲੱਗਿਆ ਹੋਇਆ ਉਹੀ ਪੰਜਾਬੀ ਵਿੱਚ ਨਹੀਂ ਕੰਮ ਕਰਦਾ। ਇੱਕ ਸਰਕਾਰੀ ਮਸ਼ੀਨਰੀ ਦੀ ਜਿਹੜੀ ਜ਼ਿੰਮੇਵਾਰੀ ਆਉਂਦੀ ਹੈ ਇੱਥੋਂ ਸ਼ੁਰੂ ਹੋ ਜਾਂਦੀ ਹੈ। ਪਰ ਚਲੋ ਖੈਰ, ਉਹ ਵੱਡੇ ਲੋਕ ਆ, ਉਹਨਾਂ ਨੂੰ ਸ਼ਾਇਦ ਪੈਸਿਆਂ ਦੀ ਨਹੀਂ ਲੋੜ ਪੈਂਦੀ ਹੋਣੀ। ਸੋ ਉਹ ਅਸੀਂ ਜਿਹੜੀ ਸਾਡਾ ਸਵਾਲ ਸੀਗਾ ਅਸੀਂ ਲਿਖ ਕੇ ਐਸਬੀਆਈ ਨੂੰ ਪਾਇਆ ਵੀ ਆ ਨਹੀਂ ਹੋ ਰਿਹਾ ਹੈਗਾ। ਐਸਬੀਆਈ ਨੇ ਉਹਦੇ ਉੱਤੇ ਜਿਹੜਾ ਜਵਾਬ ਦਿੱਤਾ ਉਹ ਇਹ ਦਿੱਤਾ ਵੀ ਜਿਹੜਾ ਇਹਦੇ ਵਿੱਚ ਸੌਫਟਵੇਅਰ ਮੋਡਿਊਲ ਹੈਗਾ ਉਹਦੇ ਵਿੱਚ ਕੁਝ ਗੜਬੜ ਹੋ ਗਈ ਹੈ। ਜਿਹੜਾ ਸਾਡਾ ਸੌਫਟਵੇਅਰ ਵੈਂਡਰ ਹੈਗਾ ਅਸੀਂ ਉਹਨੂੰ ਕਵਾਂਗੇ ਵੀ ਤੁਸੀਂ ਦੁਬਾਰਾ ਇਹਦੇ ਤੇ ਪੰਜਾਬੀ ਦਾ ਮੋਡਿਊਲ ਪਾਓ। ਤੇ ਉਸ ਤੋਂ ਬਾਅਦ ਉੱਥੇ ਪੰਜਾਬੀ ਦਾ ਮੋਡਿਊਲ ਮੁਹੱਈਆ ਹੋ ਗਿਆ। ਬਲਕਿ ਹੋਰ ਸਾਰੇ ਚੰਡੀਗੜ੍ਹ ਦੇ ਵਿੱਚ ਹੁਣ ਮੇਰੇ ਜਿਹੜੇ ਰਿਸ਼ਤੇਦਾਰ ਆਉਂਦੇ ਆ, ਘਰ ਦੇ ਆਉਂਦੇ, ਉਹ ਕਹਿੰਦੇ ਵੀ ਇੱਥੇ ਵੀ ਚੱਲ ਪਿਆ, ਇੱਥੇ ਵੀ ਚੱਲ ਪਿਆ। ਉਹ ਨੋਟਿਸ ਕਰ ਰਿਹਾ ਹੁਣ ਇਸ ਚੀਜ਼ ਨੂੰ। ਤੇ ਕਾਫੀ ਸਾਰੇ ਬੈਂਕ ਹੈਗੇ ਆ। ਮੈਂ ਦੇਖੋ ਜਿਹੜੇ ਬੈਂਕ ਤੁਹਾਨੂੰ ਸਰਵਿਸਿਜ਼ ਦੇ ਰਹੇ ਆ ਖੇਤਰੀ ਭਾਸ਼ਾ ਦੇ ਵਿੱਚ, ਉਹਨਾਂ ਦੇ ਨਾਂ ਦੱਸ ਦਿੰਦਾ। ਸਟੇਟ ਬੈਂਕ ਆਫ ਇੰਡੀਆ ਹੈਗਾ, ਆਈਸੀਆਈਸੀਆਈ ਬੈਂਕ ਹੈਗਾ, ਆਈਡੀਐਫਸੀ ਬੈਂਕ ਹੈਗਾ, ਐਚਡੀਐਫਸੀ ਬੈਂਕ ਹੈਗਾ ਤੇ ਸਿਟੀ ਬੈਂਕ ਹੈਗਾ। ਆਹ 5 ਬੈਂਕ ਹੈਗੇ ਜਿਹੜੇ ਕਿ ਤੁਹਾਨੂੰ ਖੇਤਰੀ ਭਾਸ਼ਾ ਦੇ ਵਿੱਚ ਸੇਵਾਵਾਂ ਦੇ ਰਹੇ ਆ। ਇੱਥੋਂ ਤੱਕ ਕਿ ਉਹਨਾਂ ਦਾ ਜਿਹੜਾ ਫਾਰਮ ਭਰਨ ਵਾਲਾ ਬੰਦਾ ਹੈਗਾ ਉਹ ਕਹਿੰਦਾ ਮੈਂ ਖੇਤਰੀ ਭਾਸ਼ਾ ਦੇ ਵਿੱਚ ਤੁਹਾਡਾ ਫਾਰਮ ਵੀ ਭਰ ਦੂੰਗਾ। ਕਈ ਬੈਂਕ ਹੈਗੇ ਜਿਹੜੇ ਖੇਤਰੀ ਭਾਸ਼ਾ ਦੇ ਵਿੱਚ ਸੇਵਾਵਾਂ ਨਹੀਂ ਦਿੰਦੇ ਹੈਗੇ। ਅਸੀਂ ਉਹਨਾਂ ਨੂੰ ਦਰਖਾਸਤ ਕੀਤੀ। ਐਕਸਿਸ ਬੈਂਕ ਇੱਕ ਅਜਿਹਾ ਬੈਂਕ ਹੈਗਾ, ਉਹਨਾਂ ਨੇ ਕੀ ਕੀਤਾ, ਫਿਰ ਉਹਨਾਂ ਨੇ ਪੰਜਾਬੀ ਦੇ ਵਿੱਚ ਸੇਵਾਵਾਂ ਦੇਣੀਆਂ ਸ਼ੁਰੂ ਕਰਤੀਆਂ। ਉਸ ਤੋਂ ਬਾਅਦ ਉਹ ਦੁਬਾਰਾ ਬੰਦ ਕਰਤਾ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਬੈਂਕ ਹੈਗੇ। ਪੰਜਾਬ ਨੈਸ਼ਨਲ ਬੈਂਕ ਹੈ, ਪੰਜਾਬ ਸਿੰਧ ਬੈਂਕ ਹੈ, ਇੰਡੀਅਨ ਓਵਰਸੀਜ਼ ਬੈਂਕ ਹੈਗਾ, ਬੈਂਕ ਆਫ ਇੰਡੀਆ ਹੈਗਾ। ਮਤਲਬ ਦੇयर इज अ ਲਿਸਟ ਆਫ ਆਲ ਦ ਬੈਂਕਸ। ਉਹਨਾਂ ਨਾਲ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਦੀ ਇੰਟਰੈਕਸ਼ਨ ਆਲਰੇਡੀ ਹੋਈ ਹੈਗੀ ਹੈ ਤੇ ਉਹਨਾਂ ਨੇ ਕਿਹਾ ਵੀ ਅਸੀਂ ਖੇਤਰੀ ਭਾਸ਼ਾ ਵਿੱਚ ਇਸ ਟਾਈਮ ਤੇ ਸੇਵਾਵਾਂ ਨਹੀਂ ਦੇ ਰਹੇ ਹੈਗੇ। ਜਿਨ੍ਹਾਂ ਦੇ ਨਾਮ ਦੇ ਵਿੱਚ ਪੰਜਾਬੀ ਲੱਗਦਾ ਉਹ ਵੀ ਖੇਤਰੀ ਭਾਸ਼ਾ ਪੰਜਾਬੀ ਦੇ ਵਿੱਚ ਪੂਰਾ ਮਟੀਰੀਅਲ ਮੁਹੱਈਆ ਨਹੀਂ ਕਰਾਉਂਦੇ ਲੋਕਾਂ ਲਈ। ਹਾਂਜੀ। ਸੋ ਉੱਥੇ ਅਸੀਂ ਲਿਖ ਕੇ ਅਰਜ਼ੀਆਂ ਪਾਈਆਂ ਹੈਗੀਆਂ ਵੀ ਤੁਸੀਂ ਪੰਜਾਬੀ ਦੇ ਵਿੱਚ ਦਿਓ, ਤੇ ਉਹਨਾਂ ਨੇ ਲਿਖ ਕੇ ਅਰਜ਼ੀਆਂ ਲੈ ਵੀ ਲਈਆਂ ਹੈਗੀਆਂ। ਇੱਕ ਬੈਂਕ ਦੇ ਵਿੱਚ ਮੈਂ ਗਿਆ ਸੀਗਾ ਤੇ ਉੱਥੇ ਤਾਂ ਉਹ ਕਹਿੰਦੇ ਵੀ ਅਸੀਂ, ਸਾਡੇ ਕੋਲੇ ਹਿੰਦੀ ਦਾ ਫਾਰਮ ਹੈ ਜਾਂ ਅੰਗਰੇਜ਼ੀ ਦਾ ਫਾਰਮ ਹੈ। ਮੈਂ ਕਿਹਾ ਤੁਹਾਡੇ ਕੋਲੇ ਸੌਫਟਵੇਅਰ ਦੇ ਵਿੱਚ ਪੰਜਾਬੀ ਦਾ ਫਾਰਮ ਹੋਣਾ। ਉਹ ਕਹਿੰਦੇ ਨਹੀਂ, ਸਾਡੇ ਕੋਲੇ ਪੰਜਾਬੀ ਦਾ ਫਾਰਮ ਪਿੱਛੋਂ ਆਉਂਦਾ ਨਹੀਂ ਹੈਗਾ। ਸੋ ਇਹ ਕਈ ਚੈਲੰਜਸ ਹੈਗੇ ਜਿਹੜੇ ਐਡਰੈਸ ਕਰਨੇ ਪੈਣੇ ਆ। ਤੇ ਆਪਣੇ ਜਿਹੜੇ ਹੋਮ ਮਿਨਿਸਟਰ ਹੈਗੇ ਨਿਰਮਲਾ ਸੀਤਾਰਮਨ ਜੀ, ਉਹਨਾਂ ਨੇ ਵੀ ਪਿਛਲੇ ਦਿਨੀ ਕਿਹਾ ਹੈਗਾ ਵੀ ਜਿਹੜੀਆਂ ਬੈਂਕਿੰਗ ਸਰਵਿਸਿਜ਼ ਆ ਖੇਤਰੀ ਭਾਸ਼ਾ ਵਿੱਚ ਦੇਣੀਆਂ ਚਾਹੀਦੀਆਂ। ਉਹ ਸਿੰਪਲ ਗੱਲ ਹੈਗੀ ਹੈ, ਪਰ ਇਹਦੇ ਜਿਹੜੇ ਬੈਨੀਫਿਟਸ ਹੈ ਜਾਂ ਇਹਦਾ ਜਿਹੜਾ ਨੁਕਸਾਨ ਹੈ ਉਹ, ਜਿਵੇਂ ਕਿ ਕਿਹਾ ਵੀ ਫਾਈਨੈਂਸ਼ੀਅਲ ਫਰਾਡਸ ਤੋਂ ਬਚਣਾ ਹੈਗਾ, ਜਾਂ ਇੱਕ ਜਿਹੜੇ ਬੰਦੇ ਕੰਫਰਟੇਬਲ ਨਹੀਂ ਹੈਗੇ ਬੈਂਕਿੰਗ ਵਿੱਚ ਯੂਜ਼ ਕਰਕੇ, ਉਹਨਾਂ ਨੂੰ ਕੰਫਰਟੇਬਲ ਕਰਨਾ ਹੈਗਾ। ਸੋ ਜੇ ਇੰਨੇ ਵੱਡੇ ਅਹੁਦੇ ਦਾ ਬੰਦਾ ਫਾਈਨੈਂਸ ਮਿਨਿਸਟਰ ਆ ਕੇ ਇਹ ਚੀਜ਼ ਕਹਿ ਰਿਹਾ ਤਾਂ ਉਹਦੇ ਵਿੱਚ ਕਿੰਨਾ ਵਜਨ ਹੈਗਾ। ਤੁਹਾਡਾ ਕਾਫੀ ਸ਼ਲਾਘਾਯੋਗ ਕਦਮ ਹੈਗਾ ਕਿ ਤੁਸੀਂ ਬੈਂਕਿੰਗ ਦੇ ਵਿੱਚ ਜਾ ਕੇ ਪੰਜਾਬੀ ਭਾਸ਼ਾ ਦੇ ਵਿੱਚ ਗੱਲਬਾਤ ਕਰਨੀ ਈਜ਼ੀ ਕਰਨਾ ਚਾਹੁੰਦੇ ਹੋ ਲੋਕਾਂ ਲਈ। ਪਰ ਲੋਕਾਂ ਦੇ ਵਿੱਚ ਵੀ ਇਸ ਚੀਜ਼ ਦੀ ਜਾਗਰੂਕਤਾ ਹੋਣੀ ਚਾਹੀਦੀ ਕਿ ਉਹ ਵੀ ਜਾ ਕੇ ਸਵਾਲ ਕਰਨ ਕਿ ਮੈਨੂੰ ਮੇਰੀ ਭਾਸ਼ਾ ਦੇ ਵਿੱਚ ਮਟੀਰੀਅਲ ਮੁਹੱਈਆ ਹੋਵੇ। ਕਿਉਂਕਿ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੋ ਹੁਣ ਐਮਪੀ ਨੇ, ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਕਿਹਾ ਕਿ ਮੈਨੂੰ ਮਟੀਰੀਅਲ ਜਿਹੜਾ ਹੈ ਪੰਜਾਬੀ 'ਚ ਮੁਹੱਈਆ ਕਰਾਓ ਕਿਉਂਕਿ ਮੈਂ ਸਮਝ ਨਹੀਂ ਪਾ ਰਿਹਾ ਇਸ ਚੀਜ਼ ਨੂੰ। ਉਹਦੇ ਤੇ ਵੀ ਇੱਕ ਬਹੁਤ ਵੱਡਾ ਇੱਕ ਇਸ਼ੂ ਹੈਗਾ ਆ ਕਿ ਆਪਣੇ ਦੇਸ਼ ਦੇ ਐਮਪੀਜ਼ ਨੂੰ ਵੀ ਉਹਨਾਂ ਦੀ ਰੀਜਨਲ ਭਾਸ਼ਾ ਦੇ ਵਿੱਚ ਪੜ੍ਹਨ ਦੇ ਲਈ
ਮੁਹੱਈਆ ਨਹੀਂ ਕਰਾਇਆ ਜਾ ਰਿਹਾ ਮਟੀਰੀਅਲ। ਸੋ ਮੈਂ ਦੀਪ ਸੰਧੂ ਵੱਲ ਜਾਣਾ ਚਾਹੁੰਦੀ ਹਾਂ। ਜੀ ਸੋ ਅਭਿਜੀਤ, ਮੈਂ ਤੁਹਾਡੇ ਕੋਲ ਵਾਪਿਸ ਆਵਾਂਗੀ। ਦੀਪ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਕਾਫੀ ਪੰਜਾਬੀ ਹੈਗੇ ਨੇ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਦਾ ਹੁਣ ਮਿਨੀ ਪੰਜਾਬ ਹੀ ਬਣ ਰਿਹਾ ਹੈ। ਤਾਂ ਤੁਹਾਡੇ ਨਾਲ ਜਦੋਂ ਸਰਕਾਰ ਨੇ ਕਮਿਊਨੀਕੇਸ਼ਨ, ਰਾਬਤਾ ਕਾਇਮ ਕਰਨਾ ਹੁੰਦਾ ਹੈ, ਕਿਸੇ ਵੀ ਸਿਚੁਏਸ਼ਨ ਕੋਈ ਵੀ ਇਦਾਂ ਦੀ ਅਰਾਈਜ਼ ਹੋਗੀ, ਤਾਂ ਉਹ ਫਿਰ ਤੁਹਾਡੇ ਪੰਜਾਬੀਆਂ ਦੀ ਪੰਜਾਬੀ ਭਾਸ਼ਾ ਦਾ ਧਿਆਨ ਰੱਖਦੇ ਨੇ, ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਨੇ ਕਿ ਤੁਹਾਡੀ ਭਾਸ਼ਾ 'ਚ ਤੁਹਾਨੂੰ ਸਮਝਾਇਆ ਜਾਵੇ? ਜੀ ਬਿਲਕੁਲ। ਖਾਸ ਕਰਕੇ ਜੇ ਤੁਸੀਂ ਪਹਿਲਾਂ ਦੇਖੋ ਨਾ, ਜੇ ਅੱਜ ਦੀ ਸਿਚੁਏਸ਼ਨ ਥੋੜੀ ਡਿਫਰੈਂਟ ਹੈ। ਜੇ ਤੁਸੀਂ ਪਿਛਲੇ 10 ਸਾਲਾਂ ਤੋਂ ਵੀ ਪਹਿਲਾਂ ਪਿੱਛੇ ਵੀ ਚਲੇ ਜਾਓ, ਤੇ ਇੱਥੇ ਇੱਕ ਬਹੁਤ ਚੰਗੀ ਇੱਕ ਸਰਵਿਸ ਕਹਿ ਸਕਦੇ ਆ ਤੁਸੀਂ, ਕਿ ਉਹ ਹਮੇਸ਼ਾ, ਚਾਹੇ ਤੁਸੀਂ ਕਿਸੇ, ਚਾਹੇ ਬੈਂਕਿੰਗ ਚਲੇ ਜਾਓ, ਚਾਹੇ ਤੁਸੀਂ ਹਸਪੀਟਲ ਚਲੇ ਜਾਓ, ਚਾਹੇ ਕਿਸੇ ਹੋਰ ਵੀ ਅਦਾਰੇ 'ਚ ਚਲੇ ਜਾਓ, ਜਿੱਥੇ ਵੀ ਤੁਹਾਨੂੰ ਲੱਗਦਾ ਕਿ ਲੀਗਲ ਸੈਕਟਰ ਦੇ ਵਿੱਚ ਚਲੇ ਜਾਓ, ਉਹਨਾਂ ਨੇ ਹਮੇਸ਼ਾ ਤੁਹਾਨੂੰ ਪੁੱਛਣਾ ਕਿ ਤੁਹਾਡੀ ਜਿਹੜੀ ਪ੍ਰੈਫਰਡ ਭਾਸ਼ਾ ਆ, ਜਿਹਦੇ ਵਿੱਚ ਤੁਸੀਂ ਆਪਣਾ ਕਮਿਊਨੀਕੇਟ ਕਰਨਾ ਚਾਹੁੰਦੇ ਆ, ਉਹ ਕਿਹੜੀ ਆ। ਤੁਸੀਂ ਇੰਗਲਿਸ਼ ਬੋਲ ਸਕਦੇ ਆ, ਜਾਂ ਤੁਹਾਡੀ ਕੋਈ ਜਿਹੜੀ ਹੋਰ ਲੈਂਗੁਏਜ ਆ, ਤੁਸੀਂ ਉਹਦੇ ਵਿੱਚ ਹੀ ਕਮਿਊਨੀਕੇਟ ਕਰ ਸਕਦੇ ਆ। ਤੇ ਉੱਥੇ ਉਸ ਚੀਜ਼ ਨੂੰ ਲੈ ਕੇ ਨਾ, ਕਿ ਆਪਣੇ ਜਦੋਂ ਆਪਣੇ ਬਜ਼ੁਰਗ ਹੁੰਦੇ ਆ, ਉਹ ਕਹਿੰਦੇ ਕਿ ਅਸੀਂ ਜੀ ਇੰਗਲਿਸ਼ ਨਹੀਂ ਬੋਲ ਸਕਦੇ, ਉਹ ਤੁਹਾਨੂੰ ਇੱਕ ਟਰਾਂਸਲੇਟਰ ਜਿੱਦਾਂ ਦਿੰਦੇ ਆ, ਪ੍ਰੋਵਾਈਡ ਕਰਦੇ ਆ ਤੁਹਾਨੂੰ ਸਰਵਿਸ, ਜਿਹੜਾ ਤੁਹਾਨੂੰ ਟਰਾਂਸਲੇਟ ਕਰਕੇ ਦੱਸ ਸਕੇ, ਹੈ ਨਾ। ਤੇ ਉਹਦੇ ਨਾਲ ਤੁਸੀਂ ਦੇਖੋ ਕਿ ਲੋਕਾਂ ਨੂੰ ਜੌਬ ਦੀ ਆਪਰਚੁਨਿਟੀਆਂ ਜਿਹੜੀਆਂ ਕਿੰਨੀਆਂ ਮਿਲਦੀਆਂ। ਤੇ ਉਹਦੇ ਨਾਲ ਹੀ ਹੁਣ ਤਾਂ ਪਿਛਲੇ ਥੋੜੇ ਸਾਲਾਂ ਤੋਂ, ਖਾਸ ਕਰਕੇ ਕੋਵਿਡ ਤੋਂ ਬਾਅਦ, ਕੋਵਿਡ ਦੀਆਂ ਤੁਹਾਨੂੰ ਸਾਰੀਆਂ ਇੰਸਟਰਕਸ਼ਨ ਜਿਹੜੀਆਂ ਉਹ ਤੁਹਾਨੂੰ ਪੰਜਾਬੀ ਦੇ ਵਿੱਚ ਮਿਲ ਰਹੀਆਂ। ਤੇ ਚਾਹੇ ਤੁਸੀਂ ਕਿਸੇ ਹਸਪੀਟਲ ਦੇ ਵਿੱਚ ਚਲ ਜਾਓ, ਤੁਹਾਨੂੰ ਫਾਰਮ ਜਿਹੜੇ ਆ, ਜੇ ਤੁਸੀਂ ਚਾਹੁੰਦੇ ਆ, ਤੁਸੀਂ ਕਹਿੰਦੇ ਕਿ ਸਾਨੂੰ ਭਾਸ਼ਾ ਨਹੀਂ ਸਮਝ ਆ ਰਹੀ, ਤੁਹਾਨੂੰ ਫਾਰਮ ਜਿਹੜੇ ਆ ਉਹ ਪੰਜਾਬੀ ਦੇ ਵਿੱਚ ਮੁਹੱਈਆ ਕਰਵਾਏ ਜਾਂਦੇ ਆ। ਜਿਵੇਂ ਮੈਂ ਹੁਣ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸਾਡੇ ਇੱਥੇ ਹੁਣ ਫਲੱਡ ਦਾ ਚੱਲ ਰਿਹਾ ਵੈਸਟਰਨ ਸਿਡਨੀ ਦੇ ਵਿੱਚ, ਵੈਸਟ ਨਾਰਥ ਸਿਡਨੀ ਦੇ ਵਿੱਚ, ਕਿ ਉੱਥੇ ਉਹਨਾਂ ਨੂੰ ਪੂਰੀ ਜਿਹੜੀਆਂ ਗਾਈਡਲਾਈਨਸ ਆ, ਉਹਨਾਂ ਨੂੰ ਦੱਸਿਆ ਜਾਂਦਾ ਕਿ ਜਿਹੜਾ ਇਹ ਫਲੱਡ ਅਲਰਟ ਜਿਹੜੇ ਆ, ਈਵਨ ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਨੇ ਜਾਰੀ ਕੀਤੇ ਹੋਏ ਆ। ਸੋ ਉਸ ਚੀਜ਼ ਨੂੰ ਲੈ ਕੇ ਤੁਸੀਂ ਦੇਖੋ ਕਿ ਇੱਕ ਕੰਟਰੀ ਜਿਨ੍ਹਾਂ ਦੀ ਮੇਨ ਜਿਹੜੀ ਭਾਸ਼ਾ ਆ ਉਹ ਇੰਗਲਿਸ਼ ਆ, ਪਰ ਫਿਰ ਵੀ ਉਹ ਤੁਹਾਡੀ ਆਪਣੀ ਜਿਹੜੀ ਉੱਥੋਂ ਦੀ ਬੱਸੋਂ ਆ, ਉਹਨਾਂ ਨੂੰ ਧਿਆਨ ਰੱਖਦੇ ਹੋਏ, ਕਿਉਂਕਿ ਜੇ ਚਾਈਨੀਜ਼ ਆ ਉਹਨਾਂ ਨੂੰ ਮੈਂਡਰਿਨ ਵਗੈਰਾ ਦਿੰਦੇ ਆ, ਜੇ ਜੈਪਨੀਜ਼ ਆ ਉਹਨਾਂ ਨੂੰ ਜੈਪਨੀਜ਼ ਦੇ ਵਿੱਚ ਅਵੇਲੇਬਲ ਕਰਵਾਉਂਦੇ ਆ, ਤੇ ਜੇ ਪੰਜਾਬੀ ਆਪਾਂ ਮੰਗ ਕਰਦੇ ਆ ਤਾਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਵੇਲੇਬਲ ਕਰਵਾਉਂਦੇ ਆ। ਪਰ ਇਹੋ ਚੀਜ਼ ਅਭਿਜੀਤ ਨੇ ਕੰਮ ਕਰ ਰਿਹਾ, ਮੈਂ ਦੇਖਿਆ ਕਿ ਇੰਡੀਆ ਦੇ ਵਿੱਚ ਹਾਲੇ ਕਿਤੇ ਨਾ ਕਿਤੇ ਬੈਂਕਾਂ ਦੇ ਵਿੱਚ ਉਹ ਫਾਰਮ ਅਵੇਲੇਬਲ ਨਹੀਂ ਹੈਗੇ, ਜਾਂ ਉਹ ਸਰਵਿਸ ਅਵੇਲੇਬਲ ਨਹੀਂ ਹੈਗੀ, ਜਿੱਥੇ ਤੁਹਾਨੂੰ ਸਾਡੇ ਇੱਥੇ ਉਹ ਕਹਿ ਦਿੰਦੇ ਆ ਕਿ ਚਲੋ ਠੀਕ ਹੈ, ਅਗਰ ਸਾਡੇ ਕੋਲ ਨਹੀਂ ਵੀ ਪੰਜਾਬੀ ਵਾਲਾ ਬੰਦਾ ਹੈਗਾ, ਅਸੀਂ ਫੋਨ ਤੇ ਕਿਸੇ ਨੂੰ ਲੈਂਦੇ ਆ ਜਿਹੜਾ ਤੁਹਾਡੇ ਨਾਲ ਗੱਲ ਕਰ ਸਕੇ, ਜਿਹੜਾ ਤੁਹਾਨੂੰ ਗੱਲ ਸਮਝਾ ਸਕੇ, ਹੈ ਨਾ। ਪਰ ਸਾਡੇ ਇੰਡੀਆ ਦੇ ਵਿੱਚ ਇਹ ਹੈ ਨਹੀਂ ਗਾ, ਉਹ ਤੁਹਾਨੂੰ ਪਲੇਨ ਉਹ ਵੀ ਕਹਿ ਦਿੰਦੇ ਆ ਕਿ ਸਾਡੇ ਕੋਈ ਸਰਵਿਸ ਜਿਹੜੀ ਉਹ ਹੈ ਨਹੀਂ, ਜਾਂ ਅਸੀਂ ਆਫਰ ਨਹੀਂ ਕਰ ਸਕਦੇ, ਹੈ ਨਾ। ਤੇ ਉਸ ਚੀਜ਼ ਦਾ ਲੈ ਕੇ ਬਹੁਤ ਫਰਕ ਆ। ਤੁਸੀਂ ਮੈਂ ਆਸਟ੍ਰੇਲੀਆ ਤੋਂ ਬਾਹਰ ਦੀ ਗੱਲ ਕਰੂੰਗੀ, ਜੇ ਖਾਸ ਕਰਕੇ ਆਪਾਂ ਕੈਨੇਡਾ, ਅਮਰੀਕਾ ਦੀ ਵੀ ਗੱਲ ਕਰ ਲਈਏ। ਹੁਣ ਜੇ ਤੁਸੀਂ ਕੈਨੇਡਾ, ਸਰੀ ਵਰਗੇ ਸ਼ਹਿਰ ਜਾਂਦੇ ਹੋ, ਜਾਂ ਵੈਨਕੂਵਰ ਜਾਂਦੇ ਹੋ, ਤੁਹਾਨੂੰ ਉੱਥੇ ਪੰਜਾਬੀ ਦੇ ਵਿੱਚ ਸੜਕਾਂ ਦੇ ਜਿਹੜੇ ਬੋਰਡ ਲਿਖੇ ਹੋਏ ਆ ਉਹ ਮਿਲ ਜਾਂਦੇ ਆ, ਹਨਾ, ਕਿਉਂਕਿ ਉਹਨਾਂ ਨੂੰ ਪਤਾ ਕਿ ਉੱਥੇ ਬਜ਼ੁਰਗ ਆ ਜਿਹੜੇ ਸ਼ਾਇਦ ਇੰਗਲਿਸ਼ ਨਹੀਂ ਪੜ੍ਹ ਸਕਦੇ ਚੰਗੀ ਤਰ੍ਹਾਂ, ਤੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਲਿਖਿਆ ਹੁੰਦਾ, ਉਹ ਡਾਇਰੈਕਸ਼ਨ ਵਗੈਰਾ ਪੂਰੀਆਂ ਪੰਜਾਬੀ ਦੇ ਵਿੱਚ ਲਿਖੀਆਂ ਆ। ਪੂਰੀ ਉਹਨਾਂ ਨੂੰ ਜੋ ਵੀ ਸਹੂਲਤ ਚਾਹੀਦੀ ਆ, ਚਾਹੇ ਉਹ ਬੱਚਿਆਂ ਦੇ ਸਕੂਲ 'ਚ ਜਾਂਦੇ ਆ, ਚਾਹੇ ਉਹ ਹਸਪੀਟਲ ਜਾਂਦੇ ਆ, ਕਿਉਂਕਿ ਮੇਨ ਤਾਂ ਆਪਾਂ ਇਹ ਹੁੰਦੀਆਂ ਚੀਜ਼ਾਂ। ਤੁਸੀਂ ਬੈਂਕਾਂ 'ਚ ਜਾਂਦੇ ਹੋ, ਤੇ ਉਹ ਚਾਹੇ ਤੁਸੀਂ ਲੀਗਲ ਜਿਹੜੀ ਆ ਤੁਹਾਨੂੰ ਅਡਵਾਈਸ ਚਾਹੀਦੀ ਆ, ਤੁਹਾਨੂੰ ਸਾਰੀ ਪੰਜਾਬੀ ਦੇ ਵਿੱਚ ਜਿਹੜੀ ਆ ਉਹ ਮੁਹੱਈਆ ਕਰਵਾ ਦਿੰਦੇ ਆ। ਸੋ ਹਾਂਜੀ, ਇਹ ਆਪਾਂ ਨੂੰ ਦੇਖਣਾ ਪੈਣਾ ਕਿ ਕਿੱਥੇ ਕੁ ਤੱਕ ਉਹ ਜਾਂਦੇ ਆ ਤੁਹਾਨੂੰ ਉਸ ਚੀਜ਼ ਨੂੰ ਸਰਵਿਸ ਪ੍ਰੋਵਾਈਡ ਕਰਨ ਲਈ, ਕਿ ਲੋਕੀ ਉਸ ਚੀਜ਼ ਨੂੰ ਸਮਝ ਸਕਣ। ਜੀ ਜੀ ਅਭਿਜੀਤ, ਇਹ ਜੋ ਦੀਪ ਸੰਧੂ ਨੇ ਗੱਲ ਐਕਸਪਲੇਨ ਕੀਤੀ ਹੈ, ਐਵੇਂ ਲੱਗਦਾ ਕਿ ਉੱਥੋਂ ਦੀ ਸਰਕਾਰ, ਉੱਥੋਂ ਦੇ ਹਕੂਮਤਰਾਨ, ਐਡਮਿਨਿਸਟ੍ਰੇਟਰਸ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ, ਇਸ ਚੀਜ਼ ਦੀ ਕਦਰ ਕਰਦੇ ਆ ਕਿ ਉਹਨਾਂ ਦੇ ਉੱਥੋਂ ਦੇ ਸਿਟੀਜ਼ਨਸ ਆ, ਉਹਨਾਂ ਨੂੰ ਗੱਲ ਸਮਝ ਵਿੱਚ ਆਵੇ। ਕਿ ਆਪਣੇ ਇੱਥੇ ਇੰਡੀਆ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਆਪਣੇ ਈਵਨ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਮੁੱਖ ਮੰਤਰੀ ਹੁੰਦੇ ਸੀ, ਉਹ ਇੱਕ ਲਾਈਨ ਤੋਂ ਵੱਧ ਪੰਜਾਬੀ ਨਹੀਂ ਸੀ ਬੋਲ ਸਕਦੇ, ਉਹਨਾਂ ਦੀ ਇੰਗਲਿਸ਼ ਆ ਜਾਂਦੀ ਸੀ। ਆਪਣੇ ਜਿਹੜੇ ਮੋਸਟ ਅਹੁਦੇਦਾਰ ਵੀ ਨੇ, ਬਿਊਰੋਕਰੇਟਸ ਹੋ ਗਏ, ਪੋਲੀਟੀਸ਼ੀਅਨਸ ਹੋ ਗਏ, ਬੈਂਕਾਂ ਦੇ ਵਿੱਚ ਜਾਂ ਕਿਸੇ ਵੀ ਅਦਾਰੇ ਦੇ ਵਿੱਚ, ਪੰਜਾਬੀ ਉਹਨਾਂ ਨੂੰ ਖੁਦ ਨਹੀਂ ਆਉਂਦੀ ਹੈਗੀ। ਆਪਣੇ ਕੋਲ ਹੋਰ ਸੂਬਿਆਂ ਤੋਂ ਜਾਂ ਹੋਰ ਖੇਤਰੀ ਭਾਸ਼ਾਵਾਂ ਤੋਂ ਲੋਕ ਆਏ ਨੇ। ਖੈਰ, ਬਹੁਤ ਇੱਦਾਂ ਦੇ ਬਿਊਰੋਕਰੇਟਸ ਹੈਗੇ ਅਭਿਜੀਤ ਜਿਨ੍ਹਾਂ ਦੀ ਐਫਰਟ ਰਹਿੰਦੀ ਹੈ, ਔਰ ਆਪਾਂ ਦੇਖੀ ਹੈ ਕਿ ਉਹ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਨੇ। ਸੋ ਇੱਥੇ ਭਾਵਨਾਵਾਂ ਦੀ ਕਮੀ ਹੈ ਕਿ ਸਰਕਾਰ ਜਿਹੜੀ ਆ ਉਹ ਆਪਣੀਆਂ ਭਾਵਨਾਵਾਂ ਨੂੰ ਨਹੀਂ ਸਮਝਦੀ ਕਿ ਸਾਡੇ ਜਿਹੜੇ ਸਿਟੀਜ਼ਨ ਆ ਉਹ ਕਿਹੜੀ ਭਾਸ਼ਾ ਨੂੰ ਬਿਹਤਰ ਸਮਝਦੇ ਨੇ।
ਇੱਥੇ ਦੇਖੋ, ਬਾਹਰਲੀਆਂ ਕੰਟਰੀਆਂ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਹੁੰਦਾ ਹੈਗਾ ਸਰਕਾਰ ਦੇ ਨਾਲ, ਉਹ ਟੂ ਵੇ ਕਮਿਊਨੀਕੇਸ਼ਨ ਹੁੰਦਾ ਹੈ। ਸਰਕਾਰ ਆਪਦੇ ਜਿਹੜੇ ਬਸ਼ਿੰਦੇ ਹੈਗੇ ਉਹਨਾਂ ਨਾਲ ਕਮਿਊਨੀਕੇਟ ਕਰਦੀ ਹੈ, ਬਸ਼ਿੰਦੇ ਵਾਪਸ ਸਰਕਾਰ ਨਾਲ ਕਮਿਊਨੀਕੇਟ ਕਰਦੇ ਹੈ। ਉਹ ਇੱਕ ਮੈਕੈਨਿਜ਼ਮ ਬਣਿਆ ਹੋਇਆ ਹੈ। ਇੱਥੇ ਕੀ ਹੈ, ਆਪਣੇ ਜਿਹੜੇ ਰਿਪਰੈਜ਼ੈਂਟੇਟਿਵਸ ਹੈ ਉਹ ਸਟੇਜ ਤੇ ਆਉਂਦੇ ਹੈ, ਉੱਥੇ ਬੋਲਦੇ ਹੈ, ਤੇ ਉਹ ਵਾਪਸ ਜਿਹੜੀ ਇੱਕ ਫੀਡਬੈਕ ਹੁੰਦਾ ਹੈ ਉਹਦੇ ਪ੍ਰਤੀ ਕੋਈ ਰਿਸਪੌਂਸ ਹੈ ਨਹੀਂ ਗੀ ਉਹਨਾਂ ਦੀ। ਕਿ ਜੇ ਆਪਾਂ ਕਹੀਏ ਕਿ ਜਿਵੇਂ ਆਪਾਂ ਪਾਣੀ ਤੇ ਤੇਲ ਤੇ ਜੇ ਆਪਾਂ ਮਰਕਰੀ ਨੂੰ ਇੱਕ ਗਲਾਸ ਵਿੱਚ ਪਾ ਦਈਏ ਤਾਂ ਉਹਦੀਆਂ 3 ਲੇਅਰਾਂ ਬਣ ਜਾਣਗੀਆਂ ਜਿਹੜੀਆਂ ਕਿ ਇੱਕ ਦੂਜੇ ਨਾਲ ਮਿਕਸ ਨਹੀਂ ਹੁੰਦੀਆਂ। ਇੰਡੀਆ ਦੇ ਵਿੱਚ ਕੁਝ ਇਸੇ ਤਰ੍ਹਾਂ ਦਾ ਸਿਸਟਮ ਹੈਗਾ। ਜਿਹੜੇ ਥੱਲੇ ਗ੍ਰਾਸ ਰੂਟ ਲੈਵਲ ਤੇ ਬੰਦੇ ਹੈਗੇ ਆ, ਉਹਨਾਂ ਦੀ ਜਿਹੜੀ ਦਿੱਕਤ ਹੈ ਉਹ ਸਭ ਤੋਂ ਥੱਲੇ ਹੈ। ਉਹ ਜਿਹੜੇ ਬਿਊਰੋਕਰੇਟਸ ਹੈ ਜਾਂ ਜਿਹੜੇ ਪਾਲਿਸੀ ਮੇਕਰਸ ਹੈ ਉਹ ਸਮਝਦੇ ਹੀ ਨਹੀਂ ਹੈਗੇ। ਪਾਲਿਸੀ ਮੇਕਰਸ ਇੱਕ ਆਪਦੇ ਹਿਸਾਬ ਤੇ ਚੱਲਦੇ ਹੈਗੇ, ਥੱਲੇ ਵਾਲੀਆਂ ਦਿੱਕਤਾਂ ਕੁਝ ਹੋਰ ਹੁੰਦੀਆਂ, ਤੇ ਜਿਹੜੀ ਪੋਲੀਟੀਕਲ ਕਲਾਸ ਹੈਗੀ ਹੈ ਉਹ ਅੱਡ ਮੋਟੀਵੇਟਿਡ ਰਹਿੰਦੀ ਹੈ। ਸੋ ਹੁਣ ਇਹ ਚੀਜ਼ ਜਿਹੜੀ ਹੈਗੀ ਹੈ ਇਹ ਥੋੜੀ ਬਦਲ ਰਹੀ ਹੈਗੀ ਹੈ ਫਾਰਮਰਸ ਪ੍ਰੋਟੈਸਟ ਤੋਂ ਬਾਅਦ, ਕਿ ਇਹ ਸਿਸਟਮ ਨੂੰ ਬਹੁਤ ਚੰਗੀ ਤਰ੍ਹਾਂ ਐਜੀਟੇਟ ਕੀਤਾ ਜਾ ਰਿਹਾ ਹੈਗਾ ਵੀ ਜਿਹੜੀ ਥੱਲੇ ਵਾਲੀ ਚੀਜ਼ ਹੈਗੀ ਹੈ ਉਹ ਉੱਠ ਕੇ ਉੱਪਰ ਆਵੇ, ਤੇ ਜਿਹੜੇ ਰੂਲਿੰਗ ਕਲਾਸ ਹੈ ਉਹਨਾਂ ਨੂੰ ਪਤਾ ਲੱਗੇ ਵੀ ਐਕਚੁਅਲ ਚ ਥੱਲੇ ਕੀ ਚੀਜ਼ ਚਾਹੀਦੀ ਹੈ। ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਫਰਕ ਪਏਗਾ ਕਿ ਜਿਹੜੇ ਜੀ ਅਭਿਜੀਤ, ਮੈਂ ਤੁਹਾਨੂੰ ਇੱਕ ਹੋਰ ਸਵਾਲ ਲੈ ਕੇ ਆਉਣਾ ਚਾਹੁੰਦੀ। ਤੁਹਾਡੀ ਗੱਲ ਨੂੰ ਅਸੀਂ ਸਮਝ ਗਏ। ਇਹ ਸਵਾਲ ਇਹੀ ਹੈ ਕਿ ਆਪਣਾ ਅਗਰ ਜਿਸ ਤਰ੍ਹਾਂ ਅੱਜ ਆਪਣਾ ਵਿਸ਼ਾ ਹੈਗਾ ਹੈ ਕਿ ਪੰਜਾਬੀ ਬੋਲੀ, ਬੇਸਿਕਲੀ ਪੰਜਾਬ ਦੀ ਖੇਤਰੀ ਭਾਸ਼ਾ ਤੇ ਸਾਡੀ ਸਿੱਖਿਆ ਪ੍ਰਣਾਲੀ, ਇਹਦੇ ਵਿੱਚ ਅਗਰ ਆਪਣੇ ਬੱਚਿਆਂ ਨੂੰ ਆਪਾਂ ਬੁਨਿਆਦੀ ਸਿੱਖਿਆ ਦੇ ਵਿੱਚ ਪੰਜਾਬੀ ਸਿਖਾ ਰਹੇ ਹਾਂ ਔਰ ਕੱਲ੍ਹ ਨੂੰ ਜਦੋਂ ਜਾ ਕੇ ਉਚੇਰੀ ਵਿੱਦਿਆ ਦੇ ਵਿੱਚ ਪਹੁੰਚਣਗੇ, ਜਿਵੇਂ ਦੀਪ ਸੰਧੂ ਨੇ ਪਹਿਲੇ ਗੱਲ ਕਹੀ ਹੈ, ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਡਿਫਿਕਲਟੀਜ਼ ਫੇਸ ਕਰਨੀਆਂ ਪੈ ਸਕਦੀਆਂ। ਉਹਨਾਂ ਦਾ ਕੌਨਫੀਡੈਂਸ ਵੀ ਜਿਹੜਾ ਹੈ ਉਹ ਫਲਕਚੁਏਟ ਹੋ ਸਕਦਾ ਹੈ। ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਨੇ। ਸੋ ਹੁਣ ਇੱਥੇ ਆਪਾਂ ਗੱਲ ਤਾਂ ਚਾਹੁੰਦੇ ਹਾਂ ਕਿ ਇਹ ਇੱਕ ਵਿਸ਼ੇ ਤੱਕ ਹੀ ਸੀਮਿਤ ਨਾ ਰਹਿ ਜਾਏ ਪੰਜਾਬੀ, ਇਹਦੇ 'ਚ ਵਿਸਥਾਰ ਹੋਣਾ ਚਾਹੀਦਾ ਹੈ। ਪਰ ਉਹ ਵਿਸਥਾਰ ਆਪਣੇ ਬੱਚੇ ਕੀ ਉਹਦੇ ਨਾਲ, ਆਪਣੇ ਪੰਜਾਬ ਦੇ ਵਿਦਿਆਰਥੀ ਉਹਦੇ ਨਾਲ ਕੋਪ ਅਪ ਕਰ ਸਕਣਗੇ ਕੱਲ੍ਹ ਨੂੰ ਜਦੋਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਇੰਟਰਨੈਸ਼ਨਲ ਜਾਣਗੇ ਕਿਤੇ ਵੀ? ਦੇਖੋ, ਇਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਵੀ ਕੋਈ ਵੀ ਬੱਚਾ ਜੇ ਉਹ ਆਪਦੀ ਮਾਂ ਬੋਲੀ ਦੇ ਵਿੱਚ ਕੋਈ ਵੀ ਚੀਜ਼ ਸਿੱਖਦਾ ਹੈ ਤਾਂ ਉਹਦੀ ਰਿਟੈਂਸ਼ਨ ਉਹਦੇ ਵਿੱਚ ਜ਼ਿਆਦਾ ਰਹਿੰਦੀ ਹੈ, ਤੇ ਉਹਦੀ ਦੂਜੀ ਭਾਸ਼ਾ ਸਿੱਖਣ ਦੀ ਵੀ ਕੈਪੈਸਿਟੀ ਉਨੀ ਜ਼ਿਆਦਾ ਰਹਿੰਦੀ ਹੈ ਜਿੰਨਾ ਉਹ ਆਪਦੀ ਮਾਂ ਬੋਲੀ ਦੇ ਵਿੱਚ ਕੋਈ ਚੀਜ਼ ਸਿੱਖਦਾ ਹੈਗਾ। ਇਸੇ ਚੀਜ਼ ਦਾ ਮਤਲਬ ਹੈਗਾ ਉਹ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਹੈਗੀਆਂ, ਜਿਵੇਂ ਯੂਨਾਈਟਿਡ ਨੇਸ਼ਨਸ ਹੈਗੀ ਹੈ, ਯੂਨੈਸਕੋ ਹੈਗੀ ਹੈ, ਉਹਨੇ ਇਹਦੇ ਵਾਸਤੇ ਇੱਕ ਸਪੈਸ਼ਲ ਡੇ ਡੈਡੀਕੇਟ ਕੀਤਾ ਹੋਇਆ ਹੈ 21 ਫਰਵਰੀ, ਇੰਟਰਨੈਸ਼ਨਲ ਮਦਰ ਲੈਂਗੁਏਜ ਡੇ, ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ, ਵੀ ਸਾਰੇ ਆਪਦੀ ਮਾਂ ਬੋਲੀ ਨੂੰ ਮਹੱਤਵ ਦੇਣ। ਕਿਉਂਕਿ ਜਿਹੜਾ ਬੱਚਾ ਜਦੋਂ ਦਾ ਉਹ ਆਪਦੀ ਮਾਂ ਦੀ ਕੁੱਖ 'ਚ ਹੈਗਾ ਉਸ ਟਾਈਮ ਤੋਂ ਜਿਹੜੀ ਉਹ ਭਾਸ਼ਾ ਸਿੱਖ ਰਿਹਾ ਹੈਗਾ, ਸੁਣ ਰਿਹਾ ਹੈਗਾ, ਉਹ ਉਸ ਭਾਸ਼ਾ ਦੇ ਵਿੱਚ ਹਰ ਚੀਜ਼ ਨੂੰ ਸਿੱਖ ਸਕਦਾ ਹੈਗਾ ਛੇਤੀ। ਸੋ ਉਸ ਤੋਂ ਇਲਾਵਾ ਇਸੇ ਚੀਜ਼ ਨੂੰ ਵਧਾਉਣ ਵਾਸਤੇ ਇੱਕ ਇੰਟਰਨੈਸ਼ਨਲ ਟਰਾਂਸਲੇਸ਼ਨ ਡੇ ਵੀ ਹੁੰਦਾ ਹੈ, ਵੀ ਜੇ ਕਿਸੇ ਨੂੰ ਭਾਸ਼ਾ ਨਹੀਂ ਆਉਂਦੀ ਤੁਸੀਂ ਉਹਨੂੰ ਦੂਜੀ ਭਾਸ਼ਾ ਸਿੱਖਣ ਵਾਸਤੇ ਮਜਬੂਰ ਨਾ ਕਰੋ, ਵਿੱਚ ਇੱਕ ਟਰਾਂਸਲੇਟਰ ਲੈ ਕੇ ਆਓ ਜਿਹੜਾ ਉਹਦੀ ਭਾਸ਼ਾ ਸਿੱਖ ਕੇ ਦੂਜੇ ਨੂੰ ਸਮਝਾ ਸਕੇ। ਹੁਣ ਇਹਦਾ ਇੱਕ ਬਹੁਤ ਸਿੰਪਲ ਜਿਹਾ ਉਦਾਹਰਣ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕੰਪਿਊਟਰ ਵਾਲਾ ਦਿੱਤਾ ਸੀਗਾ, ਉਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ, ਇੱਕ ਬੱਚਾ ਪਾਣੀ, ਪਤਾ ਹੁੰਦਾ ਹਰ ਬੱਚੇ ਨੂੰ ਪਾਣੀ ਕੀ ਚੀਜ਼ ਹੈ, ਪਾਣੀ ਦੇ ਕੀ ਐਟਰੀਬਿਊਟਸ ਹੈ ਜਾਂ ਪਾਣੀ ਦੇ ਕੀ ਗੁਣ ਹੈਗੇ ਆ, ਤੇ ਜੇ ਉਹ ਬੱਚਾ ਦੂਜੀ ਭਾਸ਼ਾ ਵਿੱਚ ਜਾਵੇਗਾ ਤੇ ਉਹਨੂੰ ਜੇ ਆਪਾਂ ਇਹ ਦੱਸ ਦਈਏ ਵੀ ਪਾਣੀ ਐਕਵਾ ਹੈ, ਪਾਣੀ ਦਾ ਕੈਮੀਕਲ ਫਾਰਮੂਲਾ H2O ਹੈ, ਜਾਂ ਪਾਣੀ ਨੂੰ ਵਾਟਰ ਵੀ ਕਹਿੰਦੇ ਆ। ਸੋ ਆ ਜਿਹੜੀਆਂ ਦੂਜੀ ਭਾਸ਼ਾ ਨੇ 3 ਸ਼ਬਦ ਹੈਗੇ ਆ, ਉਹ ਇਹਦੇ ਨਾਲ ਵੀ ਆਪਦੇ ਆਪ ਨੂੰ ਐਡਜਸਟ ਕਰ ਪਾਏਗਾ ਤੇ ਕੋਰਿਲੇਟ ਕਰ ਪਾਏਗਾ। ਇਹ ਜਿਹੜੀ ਕੋਰਿਲੇਸ਼ਨ ਵਾਲੀ ਚੀਜ਼ ਹੈਗੀ ਹੈ, ਜਿੰਨਾ ਚਿਰ ਆਪਾਂ ਆਪਦੀ ਮਾਂ ਬੋਲੀ ਨਹੀਂ ਜਾਣਦੇ ਆਪਾਂ ਕੋਰਿਲੇਸ਼ਨ ਕਰ ਹੀ ਨਹੀਂ ਸਕਦੇ। ਜੇ ਇੱਕ ਬੱਚੇ ਨੂੰ ਆਪਦੀ ਮਾਂ ਬੋਲੀ ਆਉਂਦੀ ਹੈਗੀ ਹੈ ਤਾਂ ਉਹਦੇ ਨਾਲ ਉਹ ਕੋਰਿਲੇਟ ਕਰਕੇ ਕੋਈ ਵੀ ਦੂਜੀ ਭਾਸ਼ਾ ਸਿੱਖ ਸਕਦਾ ਹੈਗਾ। ਹੁਣ ਜਿਵੇਂ ਮੈਂ ਹੈਗਾ, ਮੈਨੂੰ ਸਭ ਤੋਂ ਪਹਿਲਾਂ ਪੰਜਾਬੀ ਆਉਂਦੀ ਸੀਗੀ, ਫਿਰ ਮੇਰਾ ਐਕਸਪੋਜ਼ਰ ਹੋਇਆ ਬੰਗਾਲੀ ਨਾਲ, ਮੈਂ ਬੰਗਾਲੀ ਵੀ ਸਿੱਖ ਲਈ ਥੋੜੀ ਥੋੜੀ, ਫਿਰ ਮੇਰਾ ਐਕਸਪੋਜ਼ਰ ਹੋਇਆ ਇੰਗਲਿਸ਼ ਨਾਲ, ਮੈਂ ਇੰਗਲਿਸ਼ ਵੀ ਸਿੱਖ ਲਈ। ਉਸ ਤੋਂ ਬਾਅਦ ਮੈਂ ਬੈਂਗਲੌਰ ਰਿਹਾ ਤਾਂ ਮੈਂ ਕੋਰਿਲੇਟ ਕਰ ਪਾਇਆ ਵੀ ਆਪਣਾ ਜਿਹੜਾ 1 2 3 ਹੁੰਦਾ ਉਹਨਾਂ ਦੀ ਕਾਊਂਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਨਾਲ ਮੈਂ ਥੋੜੀ ਬਹੁਤ ਕੰਨੜ ਵੀ ਸਿੱਖ ਪਾਇਆ। ਸੋ ਇੱਕ ਭਾਸ਼ਾ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ, ਤੇ ਸਭ ਤੋਂ ਚੰਗੀ ਤਰ੍ਹਾਂ ਜਿਹੜੀ ਭਾਸ਼ਾ ਆ ਸਕਦੀ ਹੈ ਉਹ ਸਿਰਫ ਮਾਂ ਬੋਲੀ ਆ ਸਕਦੀ ਹੈ। ਉਸ ਤੋਂ ਬਾਅਦ ਆਪਾਂ ਦੂਜੀ ਭਾਸ਼ਾ ਦੇ ਵਿੱਚ ਈਜ਼ੀਲੀ ਅਡੈਪਟ ਕਰ ਸਕਦੇ ਹਾਂ।
ਦੀਪ ਸੰਧੂ ਜੀ, ਆਲਮੋਸਟ ਆਖਰੀ ਤੁਹਾਡੇ ਵਾਲੇ ਸਵਾਲ ਹੈਗਾ, ਉਚੇਰੀ ਵਿੱਦਿਆ ਦੇ ਵਿੱਚ ਬੱਚਿਆਂ ਦੇ ਲਈ ਇਹ ਰੀਜਨਲ ਲੈਂਗੁਏਜ ਉਹ ਕਿੰਨੀ ਔਖੀ ਹੈ, ਉਹ ਕਿੱਦਾਂ ਐਡਜਸਟ ਕਰਨਗੇ? ਹੁਣ ਤੁਸੀਂ ਇੱਥੇ ਦੇਖਦੇ ਹੋ ਬੱਚਿਆਂ ਨੂੰ, ਇੰਟਰਨੈਸ਼ਨਲ ਆਪਣੇ ਸਟੂਡੈਂਟ ਤੁਹਾਡੇ ਕੋਲ ਵਿਦਿਆਰਥੀ ਆਉਂਦੇ ਨੇ, ਕਿਹੜੀਆਂ ਡਿਫਿਕਲਟੀਜ਼ ਉਹ ਫੇਸ ਕਰਦੇ ਨੇ ਇੱਥੇ? ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੁਣ ਤੁਸੀਂ ਦੇਖੋ, ਜਦੋਂ ਤੁਸੀਂ ਐਗਜ਼ਾਮਪਲ, ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਹੜੇ ਆਪਣੇ ਕਈ ਵਾਰੀ ਬਹੁਤ ਵੱਡੇ ਰਿਸਰਚਰਸ ਹੋਏ ਆ, ਜਿਹੜੇ ਕਿ ਐਕਚੁਅਲ ਪਿੰਡਾਂ ਦੇ ਸਕੂਲਾਂ ਦੇ ਵਿੱਚੋਂ ਪੰਜਾਬੀ ਦੇ ਵਿੱਚ ਪੜ੍ਹ ਕੇ ਆਏ। ਉਹਨਾਂ ਨੇ ਆ ਕੇ ਉਹਨਾਂ ਨੇ ਬਹੁਤ ਅੱਗੇ ਵਧੀਆ ਅਹੁਦੇ ਵੀ ਲਏ ਆ, ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਵੀ ਕੰਮ ਕੀਤਾ ਆ। ਸੋ ਆਈ ਥਿੰਕ ਇਹ ਕਿਤੇ ਨਾ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਬਣ ਚੁੱਕੀ ਆ ਕਿ ਅਗਰ ਅਸੀਂ ਸਿਰਫ ਆਪਣੀ ਭਾਸ਼ਾ ਦੇ ਵਿੱਚ ਜਾਂ ਪੰਜਾਬੀ ਭਾਸ਼ਾ ਦੇ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਦੇ ਆ ਤੇ ਅੱਗੇ ਸਾਨੂੰ ਜਿਹੜਾ ਜੌਬ ਦਾ ਸਕੋਪ ਆ ਜਾਂ ਤਾਂ ਉਹ ਘੱਟ ਜਾਂਦਾ, ਜਾਂ ਫਿਰ ਜਿਹੜੀ ਫਰਦਰ ਐਜੂਕੇਸ਼ਨ ਆ ਉੱਥੇ ਸਾਨੂੰ ਪ੍ਰੋਬਲਮ ਆਉਂਦੀ ਆ। ਪਰ ਜੇ ਇਹਦੀ ਐਗਜ਼ਾਮਪਲ ਦੇ ਨਾਲ ਹੁਣ ਆਪਾਂ ਦੇਖੀਏ ਕਿ ਚਾਈਨੀਜ਼ ਆ, ਰਾਈਟ, ਉਹਨਾਂ ਦੀ ਪ੍ਰੋਪਰ ਜਿਹੜੀ ਐਜੂਕੇਸ਼ਨ ਆ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਹੁੰਦੀ ਹੈ, ਚਾਹੇ ਉਹ ਮੈਂਡਰੀਨ ਆ, ਚਾਹੇ ਜਿਹੜੀ ਉਹਨਾਂ ਦੀ ਹੋਰ ਕੋਈ ਲੈਂਗੁਏਜ ਲੋਕਲ ਜਿਹੜੀ ਲੈਂਗੁਏਜ ਆ ਉਹ ਤੁਸੀਂ ਲਾ ਲਓ। ਪਰ ਜੇ ਹੁਣ ਦੇਖੀਏ ਕਿ ਤਰੱਕੀ ਦੇ ਮਾਮਲੇ ਵਿੱਚ ਉਹਨਾਂ ਨੇ ਉਹਨਾਂ ਨੇ ਤਰੱਕੀ ਨਹੀਂ ਕੀਤੀ ਹਨਾ, ਐਟ ਦ ਮੋਮੈਂਟ ਕਿ ਪੂਰੇ ਵਰਲਡ ਨੂੰ ਉਹ ਸਪਲਾਈ ਕਰ ਰਹੇ ਆ ਹਨਾ ਪ੍ਰੋਡਕਟਸ। ਸੇਮ ਦੇ ਤਰੀਕੇ ਨਾਲ ਤੁਸੀਂ ਜੈਪਨੀਜ਼ ਨੂੰ ਲਾ ਲਓ ਕਿ ਟੈਕਨੋਲੋਜੀ ਵਿੱਚ ਕਿੰਨਾ ਉਹਨਾਂ ਦਾ ਨਾਮ ਆ, ਪਰ ਫਿਰ ਵੀ ਉਹ ਜੇ ਆਪਣੀ ਲੈਂਗੁਏਜ ਦੀ ਗੱਲ ਕਰੀਏ, ਉਹਨਾਂ ਨੇ ਆਪਣੀ ਲੈਂਗੁਏਜ ਨਹੀਂ ਛੱਡੀ ਹੈਗੀ। ਉਹੀ ਚੀਜ਼ ਜਰਮਨ ਦੀ ਗੱਲ ਕਰ ਲਓ, ਤੁਸੀਂ ਜਰਮਨ ਦੇ ਵਿੱਚ ਜਾਓ, ਤੁਹਾਨੂੰ ਬਹੁਤ ਘੱਟ ਲੋਕ ਜਿਹੜੇ ਜਰਮਨ ਦੇ ਲੋਕਲ ਲੋਕ ਆ ਉਹ ਇੰਗਲਿਸ਼ ਨਹੀਂ ਬੋਲਦੇ ਹਨਾ। ਉਹ ਮੋਸਟਲੀ ਤਾਂ ਉਹ ਚਾਹੁੰਦੇ ਆ ਕਿ ਜਿਹੜਾ ਮੋਹਰੇ ਵਾਲਾ ਬੰਦਾ ਆ ਉਹ ਵੀ ਉਹਨਾਂ ਨਾਲ ਜਰਮਨ ਦੇ ਵਿੱਚ ਹੀ ਗੱਲ ਕਰੇ ਹਨਾ। ਪਰ ਫਿਰ ਵੀ ਉਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਜਿਹੜੀ ਐਡਵਾਂਸਮੈਂਟ ਹੋਈ ਆ, ਉਹ ਜਿਹੜਾ ਬਹੁਤ ਅੱਗੇ ਤੱਕ ਉਹ ਲੋਕੀ ਜਾ ਚੁੱਕੀ ਆ। ਪਰ ਸਾਡੇ ਦਿਮਾਗ ਦੇ ਵਿੱਚ ਗੱਲ ਬਣ ਚੁੱਕੀ ਆ। ਹੁਣ ਇੰਡੀਆ ਦੇ ਵਿੱਚ ਵੀ ਅੱਜ ਦੀ ਗੱਲ ਨਹੀਂ ਆ, ਬਹੁਤ ਸਾਲ ਪਹਿਲਾਂ ਵੀ, ਤੁਸੀਂ 20 ਸਾਲ 30 ਸਾਲ ਪਹਿਲਾਂ ਲਾ ਲਓ, ਜਦੋਂ ਇਹ ਪੂਰਾ ਟ੍ਰੈਂਡ ਸ਼ੁਰੂ ਹੋਇਆ ਸੀ ਕਿ ਜੇ ਸਾਡਾ ਬੱਚਾ ਇੰਗਲਿਸ਼ ਸਕੂਲ ਵਿੱਚ ਜਾਊਗਾ ਜਾਂ ਫਿਰ ਹੀ ਜਿਹੜਾ ਆ ਪ੍ਰੋਪਰ ਜਾਂ ਡਾਕਟਰ ਬਣ ਸਕਦਾ, ਜਾਂ ਲਾਇਰ ਬਣ ਸਕਦਾ, ਜਾਂ ਉਹ ਕੋਈ ਕੰਪਿਊਟਰ ਸਾਇੰਸ ਦੀ ਡਿਗਰੀ ਕਰ ਸਕਦਾ ਹਨਾ। ਜੇ ਬੱਚਾ ਤੁਹਾਡਾ ਆਮ ਸਕੂਲ ਦੇ ਵਿੱਚ ਜਾਂਦਾ ਆ ਤੇ ਉਹ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਨਹੀਂ, ਸਾਡੇ ਬੱਚੇ ਨੇ ਪਿੱਛੇ ਰਹਿ ਜਾਣਾ। ਪਰ ਅਸੀਂ ਉਸ ਹੋੜ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਆਪਣੀ ਭਾਸ਼ਾ ਵੀ ਨਹੀਂ ਸਿੱਖਣ ਦਿੱਤੀ, ਉਹਨੂੰ ਇੰਗਲਿਸ਼ ਸਕੂਲਾਂ ਦੇ ਵਿੱਚ ਪਾਤਾ ਕਿ ਜਦੋਂ ਬੱਚਾ 5 ਸਾਲ ਦਾ ਬੱਚਾ, ਉਹ ਇੰਨਾ ਉਹਦਾ ਜਿਹੜਾ ਦਿਮਾਗ ਹੁੰਦਾ ਆ, ਉਹ ਘਰ ਦੇ ਵਿੱਚ ਜਿਹੜੀ ਸਾਡੀ ਬੋਲੀ ਜਿਹੜੀ ਹੁੰਦੀ ਆ ਉਹ ਤੁਸੀਂ ਉਹ ਤੋਂ ਖਿੱਚ ਲਈ ਆ, ਰਾਈਟ। ਇੱਕ ਜਿਹੜੀ ਓਪਰੀ ਬੋਲੀ ਆ ਸਕੂਲਾਂ ਦੇ ਵਿੱਚ, ਉਹ ਅਸੀਂ ਉਹਦੇ ਉੱਤੇ ਫੋਰਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਉਹ ਬੱਚਾ ਜਿਹੜਾ ਨਾ ਉੱਧਰ ਦਾ ਰਹਿ ਜਾਂਦਾ ਤੇ ਨਾ ਉੱਧਰ ਦਾ ਰਹਿ ਜਾਂਦਾ। ਇਹ ਇੱਕ ਤਰ੍ਹਾਂ ਦੀ ਬਹੁਤ ਸਾਰੀਆਂ ਇਸ ਚੀਜ਼ ਨੂੰ ਲੈ ਕੇ ਸਟੱਡੀਜ਼ ਹੋਈਆਂ ਆ ਕਿ ਜਿਹੜੇ ਬੱਚੇ ਦੀ ਆਪਣੀ ਲੈਂਗੁਏਜ ਦੇ ਉੱਪਰ ਪੂਰੀ ਤਰੀਕੇ ਨਾਲ ਪਕੜ ਆ, ਉਹ ਬੱਚਾ ਦੂਸਰੀ ਲੈਂਗੁਏਜ ਜਿਹੜੀ ਆ ਉਹਨੂੰ ਵੀ ਜਾ ਕੇ ਵਧੀਆ ਤਰੀਕੇ ਨਾਲ ਸਮਝ ਸਕਦਾ ਆ, ਐਕਸਪ੍ਰੈਸ ਕਰ ਸਕਦਾ ਆ। ਪਰ ਅਸੀਂ ਇਸ ਚੀਜ਼ ਨੂੰ ਨਹੀਂ ਸਮਝੇ ਹੈਗੇ। ਸੋ ਆਈ ਥਿੰਕ ਹੁਣ ਸ਼ਾਇਦ ਲੋਕਾਂ ਦੇ ਵਿੱਚ ਜਾਗਰੂਕਤਾ ਆ ਰਹੀ ਆ। ਔਰ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ ਕਿ ਮੈਂ ਚੀਜ਼ ਇਹ ਦੇਖੀ ਆ ਇੰਡੀਆ ਦੇ ਵਿੱਚ, ਤੁਸੀਂ ਵੀ ਸ਼ਾਇਦ ਦੇਖੀ ਹੋਊਗੀ ਕਿ ਸਾਡੇ ਘਰਾਂ ਦੇ ਵਿੱਚ ਵੀ ਇੰਡੀਆ ਦੇ ਵਿੱਚ ਇੰਨੀ ਪੰਜਾਬੀ ਨਹੀਂ ਬੋਲੀ ਜਾਂਦੀ ਕਿ ਚਾਹੇ ਉਹ ਪੰਜਾਬ ਦੀ ਘਰ ਆ, ਚਾਹੇ ਉਹ ਤੁਸੀਂ ਚੰਡੀਗੜ੍ਹ ਦੀ ਗੱਲ ਕਰ ਲਓ, ਲੁਧਿਆਣਾ ਦੀ ਗੱਲ ਕਰ ਲਓ, ਜਾਂ ਤੁਸੀਂ ਰਿਟੇਲ ਸੈਕਟਰ ਦੇ ਵਿੱਚ ਜੋ ਸਰਕਾਰੀ ਅਦਾਰਿਆਂ ਦੀ ਤਾਂ ਗੱਲ ਛੱਡੋ, ਤੁਸੀਂ ਰਿਟੇਲ ਦੀ ਕੋਈ ਸ਼ੌਪ ਤੇ ਕੋਈ ਚੀਜ਼ ਲੈਣ ਜਾਂਦੇ ਹੋ, ਤੁਹਾਡੇ ਨਾਲ ਜਾਂ ਉਹ ਹਿੰਦੀ ਦੇ ਵਿੱਚ ਗੱਲ ਕਰਦੇ ਆ ਜਾਂ ਤੁਹਾਡੇ ਨਾਲ ਇੰਗਲਿਸ਼ ਦੇ ਵਿੱਚ ਗੱਲ ਕਰਦੇ ਆ, ਉੱਥੇ ਕੋਈ ਪੰਜਾਬੀ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਪੰਜਾਬੀ ਬੋਲਾਂਗੇ, ਇਹਨਾਂ ਨੇ ਸੋਚਣਾ ਕਿ ਪੇਂਡੂ ਲੋਕ ਆ, ਜਿਹਨਾਂ ਨੂੰ ਕੋਈ ਸਮਝ ਨਹੀਂ ਆ ਪ੍ਰੋਪਰਲੀ ਹਨਾ। ਪਰ ਜੇ ਹੁਣ ਇੱਥੇ ਸਾਡੇ ਬੱਚੇ ਆ, ਉਹ ਪ੍ਰਾਊਡ ਨਾਲ ਲਿਖਦੇ ਆ ਕਿ ਜਿਹੜੀ ਮੇਰੀ ਭਾਸ਼ਾ ਆ, ਚਾਹੇ ਉਹ ਸਕੂਲ ਦੇ ਵਿੱਚ ਵੀ ਆ, ਅਸੀਂ ਤੁਹਾਨੂੰ ਪੁੱਛਦੇ ਕਿ ਤੁਹਾਡੇ ਘਰ ਵਿੱਚ ਕਿਹੜੀ ਲੈਂਗੁਏਜ ਬੋਲੀ ਜਾਂਦੀ ਆ, ਅਸੀਂ ਮਾਣ ਨਾਲ ਲਿਖਦੇ ਹਾਂ ਕਿ ਸਾਡੇ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਆ। ਜੇ ਉਹ ਫਰਦਰ ਐਜੂਕੇਸ਼ਨ ਲਈ ਜਾਂਦੇ ਆ ਜਾਂ ਫਿਰ ਉਹ ਜੌਬ ਲਈ ਜਾਂਦੇ ਆ, ਉਹ ਪੂਰਾ ਫਿਲ ਕਰਦੇ ਆ ਕਿ ਮੈਨੂੰ ਪੰਜਾਬੀ ਵੀ ਆਉਂਦੀ ਆ, ਰਾਈਟ। ਸੋ ਉਹ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਦੇ ਵਿੱਚ ਥੋੜੀ ਜਿਹੀ ਚੀਜ਼ ਹੈਗੀ ਆ ਕਿ ਜੇ ਮੈਨੂੰ ਪੰਜਾਬੀ ਨਹੀਂ ਆਉਂਦੀ, ਮੈਨੂੰ ਬਾਕੀ ਸਾਰੀਆਂ ਲੈਂਗੁਏਜਸ ਜਿਹੜੀਆਂ ਉਹਦੀ ਹੋਰ ਜ਼ਿਆਦਾ ਲੱਗੀ ਆ। ਪਰ ਜੇ ਅਸੀਂ ਆਪਣੀ ਲੈਂਗੁਏਜ ਜਿਹੜੀ ਸਾਡੀ ਮਾਂ ਬੋਲੀ ਆ ਨਾ, ਜੇ ਅਸੀਂ ਉੱਤੇ ਪੂਰੀ ਪਕੜ ਰੱਖਾਂਗੇ, ਤੇ ਮੈਨੂੰ ਕਿਤੇ ਨਾ ਕਿਤੇ ਇਹ ਰਿਸਰਚ ਦੇ ਹਿਸਾਬ ਨਾਲ ਵੀ ਤਾਂ ਮੈਨੂੰ ਵੀ ਲੱਗਦਾ ਕਿ ਤੁਹਾਨੂੰ ਦੂਜੀਆਂ ਲੈਂਗੁਏਜ ਜਿਹੜੀਆਂ ਉਹ ਸਿੱਖਣੀਆਂ, ਜਿਵੇਂ ਅਭਿਜੀਤ ਨੇ ਵੀ ਪਹਿਲਾਂ ਕਿਹਾ ਕਿ ਤੁਸੀਂ ਕੋਰਿਲੇਟ ਚੀਜ਼ਾਂ ਨੂੰ ਕਰ ਸਕਦੇ ਹੋ ਤੇ ਤੁਹਾਡੇ ਲਈ ਸਿੱਖਣੀਆਂ ਸੌਖੀਆਂ ਹੋ ਜਾਂਦੀਆਂ। ਪਰ ਅਸੀਂ ਉਹ ਤੋਂ ਉਹ ਚੀਜ਼ ਖੋ ਕੇ ਉਹਨੂੰ ਉਸ ਚੀਜ਼ ਤੋਂ ਵਾਂਝੇ ਕਰਕੇ ਅਸੀਂ ਉਹਨੂੰ ਕਿਹਾ ਕਿ ਨਹੀਂ, ਤੂੰ ਇਹ ਨਹੀਂ ਸਿੱਖਣੀ ਹੈਗੀ, ਤੂੰ ਆਹ ਵਾਲੀ ਸਿੱਖਣੀ ਹੈ ਜਿਹੜੀ ਪੂਰੀ ਹੀ ਤਰ੍ਹਾਂ ਇੱਕ ਤਰ੍ਹਾਂ ਨਾਲ ਤੇਰੇ ਲਈ ਫੋਰਨ ਲੈਂਗੁਏਜ ਆ।
ਹਨਾ, ਤੇ ਉਹਦੇ ਨਾਲ ਆਪਣੇ ਫਿਰ ਪੰਜਾਬ 'ਚ ਆਮ ਟ੍ਰੈਂਡ ਹੈ, ਹਰ ਆਮ ਪਿੰਡ ਦੇ trend ਹੈ। ਵਿੱਚ ਸਕੂਲ ਹੈ ਜਿਹਦੇ 'ਚ ਅੰਗਰੇਜ਼ੀ ਸਕੂਲ ਖਾਸ ਤੌਰ ਤੇ ਲਿਖਿਆ ਹੁੰਦਾ, ਬਿਲਕੁਲ। ਬਹੁਤ ਵੱਡਾ ਕਰਕੇ, ਹੈ ਨਾ। ਵੱਡਾ ਔਰ ਕਰਕੇ ਕਿਉਂਕਿ ਬੋਲਣ ਨਹੀਂ ਦਿੱਤੀ ਜਾਂਦੀ ਤੁਹਾਨੂੰ ਪੰਜਾਬੀ, ਐਗਜ਼ੈਕਟਲੀ ਹੈ ਨਾ। ਫਾਈਨ ਕੀਤਾ ਜਾਂਦਾ ਛੋਟੇ ਬੱਚਿਆਂ ਨੂੰ, ਵਿਚਾਰੇ ਕਈ ਵਾਰੀ ਨਾ ਜਿੱਦਾਂ ਉਹਨਾਂ ਨੇ ਮਾੜੀ ਮੋਟੀ ਗੱਲ ਆਪਸ ਵਿੱਚ ਕਰਨੀ ਹੁੰਦੀ, ਕੋਈ ਚੀਜ਼ ਮੰਗਣੀ ਹੁੰਦੀ, ਕੋਈ ਚੀਜ਼ ਦੱਸਣੀ ਹੁੰਦੀ ਆ, ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਸ ਵਿੱਚ ਪੰਜਾਬੀ ਨਹੀਂ ਬੋਲ ਸਕਦੇ, ਤੁਸੀਂ ਸਿਰਫ ਇੰਗਲਿਸ਼ ਦੇ ਵਿੱਚ ਗੱਲ ਕਰੋ, ਜਾਂ ਜੋ ਵੀ ਉੱਥੇ ਹਿੰਦੀ ਦੇ ਵਿੱਚ ਗੱਲ ਕਰੋ। ਪਰ ਗੱਲ ਇਹ ਹੈ ਕਿ ਭਾਸ਼ਾ ਕੋਈ ਵੀ ਮਾੜੀ ਨਹੀਂ ਹੁੰਦੀ, ਪਰ ਤੁਸੀਂ ਆਪਣੀ ਲੈਂਗੁਏਜ ਜਿਹੜੀ ਹੈ ਉਹਨੂੰ ਨਾ ਛੱਡੋ, ਹਨਾ। ਜੀ ਉੱਥੇ ਆ ਕੇ ਗੱਲ ਅਭਿਜੀਤ, ਮੈਨੂੰ ਲੱਗਦਾ ਦੀਪ ਸੰਧੂ ਐਂਡ ਅਭਿਜੀਤ ਦੋਨਾਂ ਦੇ ਲਈ ਕਿ ਆਪਾਂ ਨੂੰ ਅੱਜ ਦੀ ਗੱਲਬਾਤ ਨੂੰ ਇੱਥੇ ਵਿਰਾਮ ਦੇਣਾ ਚਾਹੀਦਾ। ਔਰ ਦੀਪ ਸੰਧੂ ਨੇ ਬਹੁਤ ਹੀ ਇੱਕ ਵੱਡੇ ਸਵਾਲ ਦੇ ਉੱਤੇ ਲਿਆ ਕੇ ਗੱਲ ਨੂੰ ਮੁਕਾਇਆ ਕਿ ਪੰਜਾਬ ਦੇ ਵਿੱਚ ਉਹ ਅੰਗਰੇਜ਼ੀ ਸਕੂਲਾਂ ਵਾਲਾ ਕਲਚਰ, ਜਿੱਥੇ ਪੰਜਾਬੀ ਬੋਲਣ ਤੇ ਫਾਈਨ ਹੁੰਦਾ, ਔਰ ਆਪਾਂ ਸਾਰਿਆਂ ਨੇ ਉਹ ਸਿਸਟਮ ਦੇਖਿਆ ਹੋਇਆ ਹੈ। ਕੋਈ ਏਦਾਂ ਨਹੀਂ ਹੈ ਕਿ ਬਹੁਤ ਪੁਰਾਣਾ ਵਰਤਾਰਾ ਜਾਂ ਅੱਜ ਖਤਮ ਹੋ ਗਿਆ, ਅੱਜ ਵੀ ਉਹ ਐਗਜ਼ਿਸਟ ਕਰਦਾ। ਸੋ ਇਹਦੇ ਵਿੱਚੋਂ ਕਈ ਹੋਰ ਤਰ੍ਹਾਂ ਦੇ ਹੋਰ ਵੀ ਸਵਾਲ ਇੱਥੇ ਇਮਰਜ ਹੁੰਦੇ ਆ। ਪੰਜਾਬੀ ਐਂਡ ਟੈਕਨੀਕਲ ਐਜੂਕੇਸ਼ਨ, ਪੰਜਾਬ ਦੇ ਪੋਲੀਟੀਸ਼ੀਅਨਸ ਵੱਲੋਂ ਜਿਹੜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਗਈ ਆ, ਉਹਦੇ ਤੇ ਵੀ ਬਹੁਤ ਸਵਾਲ ਖੜੇ ਹੁੰਦੇ ਆ। ਇੱਦਾਂ ਦੇ ਆਪਾਂ ਨੂੰ ਹੋਰ ਬਹੁਤ ਸਾਰੇ ਪ੍ਰੋਗਰਾਮ ਕਰਨੇ ਪੈਣਗੇ। ਸੋ ਮੈਂ ਉਮੀਦ ਕਰਦੀ ਹਾਂ ਕਿ ਆਪਾਂ ਬਣੇ ਰਹੋਗੇ, ਔਰ ਆਪਣੀ ਆਡੀਅנס ਦੇ ਲਈ ਹੋਰ ਵੀ ਕਿਸ਼ਤਾਂ, ਇਹ ਵਿਚਾਰ ਚਰਚਾਵਾਂ, ਇਸ ਗੱਲ ਦੀ ਵਾਰਤਾਲਾਪ ਪੰਜਾਬੀ ਮਾਂ ਬੋਲੀ ਦੇ ਲਈ, ਖੇਤਰੀ ਭਾਸ਼ਾ ਜਿਹੜੀ ਪੰਜਾਬ ਦੀ ਆ, ਉਹਦੀ ਤਰੱਕੀ ਦੇ ਲਈ ਹੋਰ ਵੀ ਲੈ ਕੇ ਆਉਂਦੇ ਰਵਾਂਗੇ। ਤੁਹਾਡਾ ਦੋਨਾਂ ਦਾ, ਦੀਪ ਸੰਧੂ ਜੀ ਤੁਹਾਡਾ ਆਸਟ੍ਰੇਲੀਆ ਤੋਂ ਆਪਣੇ ਕੰਮ ਛੱਡ ਕੇ ਤੁਸੀਂ ਸਾਡੇ ਨਾਲ ਬੈਠੇ ਹੋ, ਐਂਡ ਅਭਿਜੀਤ ਸਿੰਘ ਧਾਲੀਵਾਲ ਜੀ, ਤੁਹਾਡਾ ਦੋਨਾਂ ਦਾ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਫॉर ਬੀइंग ਹੇਅਰ। ਧੰਨਵਾਦ ਮਨਜੀਤ ਜੀ, ਠੀਕ ਹੈ।